ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਇਤਿਹਾਸ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਕੱਲ ਦੀ ਸਾਖੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਰਾਏ ਬੁਲਾਰ ਵੱਲੋਂ ਬੇਅੰਤ ਭੇਟਾਵਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੀਆਂ ਔਰ ਮਹਿਤਾ ਕਾਲੂ ਜੀ ਨੂੰ ਕਿਹਾ, ਜੋ ਜੀ ਤੁਹਾਡੇ ਮਨ ਵਿੱਚ ਆਂਦਾ ਉਹ ਲੈ ਜਾਓ, ਘੋੜੇ ਲੈ ਜਾਓ, ਹਾਥੀ ਲੈ ਜਾਓ, ਰਾਹ ਦੇ ਵਿੱਚ ਰੁਕਣ ਵਾਸਤੇ ਜੋ ਰਹਿਸੀ ਤੰਬੂ ਹੁੰਦੇ ਨੇ ਉਹ ਲੈ ਜਾਓ, ਗੱਡੇ ਬੈਲ ਗੱਡੀਆਂ ਉਹ ਲੈ ਜਾਓ, ਕਿਉਂਕਿ ਰਾਜਾ ਸੀ ਰਾਏ ਬੁਲਾਰ, ਉਹਦੇ ਘਰ ਕਿਸ ਗੱਲ ਦਾ ਘਾਟਾ ਸੀ। ਸੋ ਇਸ ਕਰਕੇ ਬੜਾ ਪ੍ਰੇਮ ਜਤਾਉਂਦਾ ਹੈ ਰਾਏ ਬੁਲਾਰ। ਹੁਣ ਰਾਏ ਬੁਲਾਰ ਜੀ ਤੋਂ ਛੁੱਟੀ ਲੈ ਕੇ ਮਹਿਤਾ ਕਾਲੂ ਜੀ ਵਾਪਸ ਆਉਂਦੇ ਨੇ ਆਪਣੇ ਘਰੇ ਔਰ ਘਰ ਆ ਕੇ ਆਪਣੇ ਸਾਕ ਸੰਬੰਧੀਆਂ ਨੂੰ ਸਾਰਿਆਂ ਨੂੰ ਕਹਿੰਦੇ ਨੇ, ਭਾਈ ਕਿ ਸਾਰਿਆਂ ਨੇ ਵਿਆਹ ਦੇ ਵਿੱਚ ਚੱਲਣਾ ਔਰ ਇੱਕ ਆਪਣਾ ਨੌਕਰ ਭੇਜ ਕੇ ਸਾਰੇ ਆਪਣੀ ਬੇਦੀ ਬਰਾਦਰੀ ਦੇ ਲੋਕਾਂ ਨੂੰ ਸਾਰਿਆਂ ਨੂੰ ਸੁਨੇਹਾ ਲਾ ਕੇ ਜੋ ਉਹਨਾਂ ਦੇ ਸਾਕ ਸੰਬੰਧੀ ਸਨ, ਸਾਰੇ ਹੋਰ ਵੀ ਜਿਨ੍ਹਾਂ ਦੇ ਨਾਲ ਸਹਿਚਾਰ ਸੀ, ਸਾਰੇ ਭਾਈ ਮਰਦਾਨਾ ਜੀ, ਹੋਰ ਗਰੀਬ ਅਮੀਰ ਸਾਰਿਆਂ ਨਾਲ ਮਹਿਤਾ ਕਾਲੂ ਜੀ ਦਾ ਸਹਿਚਾਰ ਸੀ, ਸਾਰਿਆਂ ਨੂੰ ਸੁਨੇਹਾ ਲਾਇਆ ਗਿਆ ਇੱਕ ਵੱਡੀ ਗਿਣਤੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਸੁਲਤਾਨਪੁਰ ਲੋਧੀ ਵੱਲ ਨੂੰ ਤਿਆਰ ਹੋਏ ਨੇ। ਰਾਏ ਭੋਏ ਕੀ ਤਲਮੰਡੀ ਤੋਂ ਬਹੁਤ ਗਰੀਬ ਵੀ ਤਿਆਰ ਹੋ ਗਏ, ਨਾਲੇ ਵੀ ਖੁੱਲਾ ਦਾਨ ਕਰਦੇ ਨੇ ਗੁਰੂ ਨਾਨਕ ਜੀ, ਤੇ ਨਾਲੇ ਤਾਂ ਉੱਥੇ ਪ੍ਰਸ਼ਾਦ ਪਾਣੀ ਛਕਾਂਗੇ, ਨਾਲੇ ਜੋ ਪੁੰਨ ਦਾਨ ਕਰਨਗੇ ਉਹ ਵੀ ਲਵਾਂਗੇ। ਇਸ ਕਰਕੇ ਹੋਰ ਵੀ ਬਹੁਤ ਤਿਆਰ ਹੋ ਗਏ। ਸੋ ਇਸ ਪ੍ਰਕਾਰ ਇੱਥੋਂ ਤੱਕ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਆਓ ਇਸ ਤੋਂ ਅੱਗੇ ਹੁਣ ਪ੍ਰੇਮ ਦੇ ਨਾਲ ਸਰਵਣ ਕਰੀਏ। ਹਾਂਜੀ। ਮਾਨਵ ਭੇਜ ਬੁਲਾਏ ਪਠੇ ਸਭ ਹੈ ਪੁਰ। ਤਾਂ ਇਸ ਪ੍ਰਕਾਰ ਮਹਿਤਾ ਕਾਲੂ ਜੀ ਨੇ ਇੱਕ ਮਾਨਵ ਭਾਵ ਕਿ ਆਪਣੇ ਇੱਕ ਨੌਕਰ ਨੂੰ ਭੇਜ ਕੇ ਜਿੰਨੇ ਉਹਨਾਂ ਦੀ ਕੁਲ ਦੇ ਬੇਦੀ ਸਨ, ਉਹਨਾਂ ਦੇ ਸਾਕ ਸੰਬੰਧੀ ਸਨ, ਸਾਰਿਆਂ ਨੂੰ ਬੁਲਾ ਲਿਆ। ਮੈਂ ਰਹਿ ਬੇਦੀ ਜੋ ਗਿਆਤੀ। ਸੋ ਜੋ ਵੀ ਉਹਨਾਂ ਦੀ ਕੁਲ ਦੇ ਬੇਦੀ ਸਨ ਸਾਰਿਆਂ ਨੂੰ ਬੁਲਾ ਲਿਆ ਗਿਆ। ਦੇਸਨ ਮਾਨਵ ਖਾਨ ਕੀਓ। ਤਾਂ ਇਸ ਪ੍ਰਕਾਰ ਬੜੇ ਅਦਬ ਸਤਕਾਰ ਦੇ ਨਾਲ ਮਹਿਤਾ ਕਾਲੂ ਜੀ ਲੱਗੇ ਕਹਿਣ, ਮਨ ਜਾਨੋ ਬੰਸ ਹਮਾਰ ਹੈ ਖਿਆਤੀ। ਕਿ ਆਪਣੀ ਬੇਦੀਆਂ ਦੀ ਵੰਸ ਹੈ ਭਾਈ। ਹੁਣ ਸਾਰੇ ਜਿੰਨੇ ਆਪਣੇ ਸਾਕ ਸੰਬੰਧੀ ਨੇ ਸਾਰਿਆਂ ਨੇ ਜਾਣਾ ਹੈ। ਇਹਦੇ ਵਿੱਚ ਸਾਰਿਆਂ ਦੀ ਵਡਿਆਈ ਹੈ ਕਿ ਆਪਾਂ ਰਲ ਮਿਲ ਕੇ ਇਹ ਵਿਆਹ ਦੇ ਕਾਰਜ ਨੂੰ ਸਿਰੇ ਚਾੜੀਏ। ਔਰ ਵਿਆਹ ਦਾ ਕਾਰਜ ਮਹਿਤਾ ਕਾਲੂ ਜੀ ਲੱਗੇ ਕਹਿਣ, ਤੁਹਾਡੇ ਵਰਗੇ ਬਜ਼ੁਰਗਾਂ ਦੀ ਸੀਸ ਦੇ ਨਾਲ, ਬਰਾਬਰ ਦੇ ਭਾਈਆਂ ਦੇ ਨਾਲ ਮਿਲ ਕੇ ਔਰ ਜਿਹੜੇ ਪਿੰਡ ਦੇ ਨਗਰ ਨਿਵਾਸੀ ਹਨ ਉਹਨਾਂ ਦੇ ਸੰਯੋਗ ਦੇ ਨਾਲ ਇਹ ਜਿਹੜੀ ਵਿਆਹ ਦੀ ਰਸਮ ਹੈ ਇਹ ਰਲ ਮਿਲ ਕੇ ਸਿਰੇ ਚੜੂਗੀ। ਮਹਿਤਾ ਕਾਲੂ ਜੀ ਲੱਗੇ ਕਹਿਣ, ਮੈਂ ਵੀ ਸਾਰਾ ਪਰਿਵਾਰ ਦੇ ਨਾਲ ਹੀ ਸੋਭਦਾ। ਅੱਗੇ ਆਪਾਂ ਨੇ ਬਰਾਤ ਵੀ ਪੱਖੋ ਕੇ ਰੰਧਾਵੇ ਅਰਜਿੱਤੇ ਰੰਧਾਵੇ ਦੇ ਪਟਵਾਰੀ ਮੂਲ ਚੰਦ ਖੱਤਰੀ ਜੀ ਦੇ ਘਰੇ ਜਾਣਾ। ਅੱਗੇ 5 ਪਿੰਡਾਂ ਦਾ ਰਾਜਾ ਸੀ ਅਜਿੱਤਾ ਰੰਧਾਵਾ, ਜਿੱਥੋਂ ਦਾ ਮੂਲ ਚੰਦ ਜੀ ਪਟਵਾਰੀ ਸੀ। ਕਹਿਣ ਲੱਗੇ ਆਪਣੇ ਕੁਲ ਦੀ, ਆਪਣੇ ਪਰਿਵਾਰ ਦੀ, ਸਾਰਿਆਂ ਦੀ ਸੋਭਾ ਤਾਂ ਹੁੰਦੀ ਹੈ ਜੇ ਆਪਾਂ ਸਾਰੇ ਰਲ ਕੇ ਚੱਲੀਏ। ਸੋ ਇਸ ਪ੍ਰਕਾਰ ਸਾਰਿਆਂ ਨੂੰ ਬੁਲਾਇਆ ਗਿਆ। ਸੋ ਪਟਵਾਰੀ ਰੰਧਾਵਨ ਕੋ ਜਿਨ ਕੇ। ਤਾਂ ਇਸ ਪ੍ਰਕਾਰ ਮਹਿਤਾ ਕਾਲੂ ਜੀ ਕਹਿੰਦੇ ਨੇ ਮੂਲ ਚੰਦ ਜੀ ਦੇ ਘਰੇ ਜਾਣਾ ਹੈ। ਉਹ ਰੰਧਾਵਿਆਂ ਦਾ ਪਟਵਾਰੀ ਹੈ ਅਜਿੱਤੇ ਰੰਧਾਵੇ ਦਾ। ਬਹੁ ਗ੍ਰਾਮ ਹੈ ਦੀਰਘ ਜਾਤੀ। ਤੇ ਉੱਥੇ ਬਹੁਤ ਸਾਰੇ ਮੂਲ ਚੰਦ ਜੀ ਦਾ ਪਰਿਵਾਰ ਹੈ। ਬੜੀ ਇਲਾਕੇ ਦੇ ਵਿੱਚ ਮੂਲ ਚੰਦ ਜੀ ਦੀ ਬਣੀ ਹੋਈ ਹੈ। 5 ਪਿੰਡਾਂ ਦਾ ਪਟਵਾਰੀ ਸੀ ਉਸ ਵੇਲੇ।
ਸੋ ਇਸ ਤਰ੍ਹਾਂ ਕਰਕੇ ਕਹਿਣ ਲੱਗੇ ਆਪਾਂ ਜੇ ਉੱਥੇ ਜਾਂਦੇ ਹਾਂ, ਭਾਈਚਾਰਾ ਜਾਂਦਾ ਹੈ, ਨਾਲ ਸਾਕ ਸੰਬੰਧੀ ਜਾਂਦੇ ਨੇ, ਤਾਂ ਗੱਲ ਸੋਭਦੀ ਹੈ। ਜੇ ਇੱਕ ਪਾਸੇ ਬਹੁਤ ਰਿਸ਼ਤੇਦਾਰ ਨਗਰ ਖੜਿਆ ਹੋਵੇ ਤੇ ਦੂਜੇ ਪਾਸੇ 5 ਬੰਦੇ ਵੀ ਨਾਲ ਨਾ ਹੋਣ, ਉਸੇ ਵੇਲੇ ਉਹਨੂੰ ਉਹ ਪਰਖ ਲੈਂਦੇ ਨੇ ਸਿਆਣੇ ਬੰਦੇ ਵੀ ਇਹ ਬੰਦਾ ਕਿੰਨਾ ਕੁ ਸਹਿਚਾਰ ਹੈ ਇਸ ਦਾ, ਇਹਦੀ ਨਗਰ ਦੇ ਨਾਲ, ਪਿੰਡ ਦੇ ਨਾਲ, ਪਿੰਡ ਦੇ ਸਾਹੂਕਾਰਾਂ ਦੇ ਨਾਲ, ਜਾਂ ਇਲਾਕੇ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਨਾਲ ਇਹਦਾ ਕਿਹੋ ਜਿਹਾ ਸੁਭਾਅ ਹੈ, ਕਿੰਨਾ ਕੁ ਨਿਭਦਾ ਹੋਵੇਗਾ। ਉਹ ਵਿਆਹ 'ਚ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਬੰਦੇ ਨਾਲ ਨੇ। ਸੋ ਇਸ ਕਰਕੇ ਮਹਿਤਾ ਕਾਲੂ ਜੀ ਕਹਿ ਰਹੇ ਨੇ ਕਿ ਭਾਈ ਵੱਡਾ ਉੱਥੋਂ ਇਕੱਠ ਹੈ ਉਹਨਾਂ ਦਾ, ਅਜੀਤੇ ਰੰਧਾਵੇ ਦਾ ਬੜਾ ਸਹਿਚਾਰ ਹੈ, ਬੜੇ ਲੋਕ ਉੱਥੇ ਇਕੱਠੇ ਹੋਣਗੇ। ਇਸ ਕਰਕੇ ਆਪਾਂ ਵੀ ਪੂਰੀ ਤਿਆਰੀ ਕਰਕੇ ਚੱਲੀਏ। ਸਾਰੇ ਸਾਕ ਸੰਬੰਧੀਆਂ ਨੂੰ ਕਹਿੰਦੇ ਨੇ ਮਹਿਤਾ ਕਾਲੂ ਜੀ ਪੂਰ ਕਰੋ ਮਿਲ ਕੇ ਜਸ ਪਾਵਨ। ਤਾਂ ਕਹਿਣ ਲੱਗੇ ਇਸ ਕਰਕੇ ਪੂਰੀ ਪੰਕਤੀ ਪੜੋ। ਹਾਂ, ਪੂਰ ਕਰੋ ਮਿਲ ਕੇ ਜਸ ਪਾਵਨ, ਜੇ ਜਗ ਮੈਂ ਸ਼ੁਭ ਰੀਤ ਸੁਹਾਤੀ। ਹਾਂ, ਮਹਿਤਾ ਕਾਲੂ ਜੀ ਕਹਿਣ ਲੱਗੇ ਸਾਰੇ ਰਲ ਮਿਲ ਕੇ ਇਹ ਵਿਆਹ ਨੂੰ ਸਿਰੇ ਚਾੜੀਏ। ਸਾਰੇ ਰਲ ਮਿਲ ਕੇ ਜਾਵਾਂਗੇ ਤਾਂ ਵੱਡਾ ਜਸ ਹੁੰਦਾ ਹੈ, ਸਾਰਿਆਂ ਦੀ ਇਸ ਗੱਲ ਵਿੱਚ ਸ਼ੋਭਾ ਹੁੰਦੀ ਹੈ। ਦੋਹਰਾ ਇੱਕ ਮੇਰੀ ਤੁਮ ਨਹਿ ਲਖੋ, ਹੈ ਸਭ ਹੀ ਕੀ ਲਾਜ। ਹਾਂ, ਮਹਿਤਾ ਕਾਲੂ ਜੀ ਕਹਿੰਦੇ ਇੱਕ ਮੇਰੀ ਲਾਜ ਵੱਲ ਨਾ ਦੇਖੋ, ਵੀ ਇਹ ਸਾਰੇ ਬੇਦੀ ਕੁਲ ਦੀ ਲਾਜ ਹੈ। ਸਾਰੇ ਰਲ ਮਿਲ ਕੇ ਜਾਂਦੇ ਆ, ਸਾਰਿਆਂ ਦੀ ਸ਼ੋਭਾ ਹੋਵੇਗੀ। ਇਸ ਤਰ੍ਹਾਂ ਲੱਗੇ ਕਹਿਣ ਗਮਨ ਹੋ ਅਬ ਹੈ ਬਿਲੰਬ ਤਜ, ਸੁੰਦਰ ਸਾਜ ਹੋ ਸਾਜ। ਤਾਂ ਇਸ ਕਰਕੇ ਦੇਰੀ ਨਾ ਕਰੀਏ, ਛੇਤੀ ਦੇ ਆਪਾਂ ਸਾਰੇ ਉੱਥੇ ਚੱਲੀਏ ਸੁਲਤਾਨਪੁਰ ਲੋਧੀ ਨੂੰ। ਸੁਨ ਸ਼ੋਨਨ ਬੇਦੀ ਸਬੈ, ਬਾਨੇ ਭਲੇ ਬਣਾਏ। ਇਹ ਸੁਣ ਕੇ ਜਿੰਨੇ ਸਾਰੇ ਲੋਕ ਸਨ, ਜਿਨ੍ਹਾਂ ਨੂੰ ਸੁਨੇਹਾ ਲੱਗਿਆ ਵਿਆਹ ਵਿੱਚ ਜਾਣ ਨੂੰ, ਸਾਰਿਆਂ ਨੇ ਆਪੋ ਆਪਣੇ ਨਵੀਨ ਵਸਤਰ ਕੱਢੇ। ਸੋ ਆਪੋ ਆਪਣੀ ਤਿਆਰੀਆਂ ਦੇ ਵਿੱਚ ਲੱਗ ਪਏ ਕਰਨ ਸਾਰੇ। ਲੈ ਤਨ ਨਿਜ ਨਿਜ ਧਾਮ ਤੇ, ਚਲੇ ਚਤੁਰ ਚਿਤ ਚਾਏ। ਹੁਣ ਜਿੰਨੇ ਸਾਕ ਸੰਬੰਧੀ ਸਨ ਦਾਨ ਪੁੰਨ ਕਰਨ ਵਾਸਤੇ ਆਪਣਾ ਆਪਣਾ ਲੋੜੀਂਦਾ ਸਮਾਨ ਲੈ ਕੇ, ਪਰਿਵਾਰ ਨੂੰ ਲੈ ਕੇ ਆਪੋ ਆਪਣੇ ਬਲਦ ਗੱਡੇ ਤਿਆਰ ਕਰੇ ਸਾਰਿਆਂ ਨੇ। ਜਿਨ੍ਹਾਂ ਕੋਲੇ ਨਹੀਂ ਸਨ ਉਹਨਾਂ ਨੂੰ ਜੋ ਰਾਏ ਬੁਲਾਰ ਜੀ ਵੱਲੋਂ ਬਲਦ ਗੱਡੇ ਦਿੱਤੇ ਗਏ, ਉਹਨਾਂ ਦੇ ਵਿੱਚ ਬਿਠਾਲਿਆ ਗਿਆ। ਸੋ ਇਸ ਪ੍ਰਕਾਰ ਆਪੋ ਆਪਣਾ ਸਮਾਨ ਲੈ ਕੇ, ਕੱਪੜੇ ਲੀੜੇ ਲੈ ਕੇ ਸਾਰੇ ਵਿਆਹ ਦੇ ਵਿੱਚ ਚੱਲ ਪਏ। ਹੁਣ ਜਿਹੜੇ ਅੱਜ ਤੋਂ 50 ਜਾਂ 60 ਜਾਂ 70 ਸਾਲ ਪਹਿਲਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਵਿਆਹ ਹੋਏ ਨੇ, ਉਹਨਾਂ ਨੂੰ ਇਹ ਸਾਖੀ ਬੜੀ ਭਲੀ ਪ੍ਰਕਾਰ ਸਮਝ ਆਉਂਦੀ ਹੋਵੇਗੀ, ਕਿਉਂ ਉਸ ਟਾਈਮ ਗੱਡਿਆਂ ਤੇ ਜਾਂ ਬੈਲਾਂ ਤੇ ਬਰਾਤਾਂ ਜਾਂਦੀਆਂ ਹੁੰਦੀਆਂ, ਉਹ ਸਾਰਾ ਸਮਝ ਜਾਣਗੇ ਵੀ ਕਿਵੇਂ ਤਿਆਰੀ ਹੋਈ ਹੋਊਗੀ। ਉਹ ਤੋਂ ਵੀ ਪਹਿਲਾਂ 200-250-300 ਸਾਲ ਪਹਿਲਾਂ ਦੀ ਗੱਲ ਹੈ। ਸੋ ਇਸ ਪ੍ਰਕਾਰ ਸਾਦਾ ਸੁਭਾਅ, ਸਾਦੇ ਜੇ ਲੋਕ, ਸਾਦਾ ਜਿਹਾ ਪਹਿਰਾਵਾ, ਸਾਦਗੀ ਭਰਿਆ ਜੀਵਨ, ਇਸ ਤਰ੍ਹਾਂ ਕਰਕੇ ਗੱਡਿਆਂ ਦੇ ਉੱਪਰ ਸਾਰਿਆਂ ਨੇ ਤਿਆਰੀ ਕਰਕੇ, ਸਮਾਨ ਤਿਆਰੀ ਕਰਕੇ ਵੀ ਕਈ ਦਿਨ ਰੁਕਣਾ। ਹੁਣ ਕਈ ਦਿਨ ਤਾਂ ਸੁਲਤਾਨਪੁਰ ਲੋਧੀ ਲੱਗਣਗੇ, ਫਿਰ 2-3 ਦਿਨ ਜਾਂਦੇ ਵੇ ਲੱਗਣਗੇ, ਅੱਗੇ ਫਿਰ ਉੱਥੇ ਵੀ ਬਰਾਤ ਰੁਕੇਗੀ। ਇਸ ਕਰਕੇ ਕਈ ਦਿਨ ਦਾ ਰਹਿਣਾ ਸੀ। ਇਸ ਕਰਕੇ ਸਾਰਿਆਂ ਨੇ ਆਪੋ ਆਪਣੇ ਕੱਪੜੇ ਗਠੜੀਆਂ ਵਿੱਚ ਬੰਨੇ, ਗਠੜੀਆਂ 'ਚ ਬੰਨ ਲਏ। ਸੋ ਇਸ ਤਰ੍ਹਾਂ ਕਰਕੇ ਗੱਡਿਆਂ ਤੇ ਰੱਖ ਕੇ ਸਾਰਿਆਂ ਨੇ ਤਿਆਰੀ ਕਰ ਲਈ। ਕਬਿਤ ਭਇਓ ਹੈ ਅਰੂੜ, ਕਾਲੂ ਲੀਨੋ ਧਨ ਲਾਲੂ ਬਹਾ। ਹੁਣ ਮਹਿਤਾ ਕਾਲੂ ਜੀ ਵੀ ਤਿਆਰ ਹੋਏ ਔਰ ਪੁੰਨ ਦਾਨ ਕਰਨ ਨੂੰ, ਵਿਆਹ ਦੇ ਉੱਪਰ ਪੈਸੇ ਖਰਚਣ ਵਾਸਤੇ ਬਹੁਤ ਧਨ ਆਪਣੇ ਕੋਲੇ ਰੱਖਿਆ ਨਾਲ। ਤਜੀ ਤਰਵੰਡੀ ਪਦ ਪੰਥ ਵਿਖੇ ਪਾਏ ਹੈ। ਹੁਣ ਨਾਲ ਚਾਚਾ ਲਾਲੂ ਜੀ ਵੀ ਹਨ, ਉਹਨਾਂ ਕੋਲ ਵੀ ਜਿੰਨੇ ਕੁ ਸੀ ਉਹਨਾਂ ਨੇ ਵੀ ਆਪਣੇ ਭਤੀਜੇ ਦੇ ਵਿਆਹ ਦੇ ਉੱਪਰ ਖਰਚਣ ਵਾਸਤੇ ਨਾਲ ਧਨ ਲਿਆ। ਔਰ ਹੁਣ ਰਾਏ ਭੋਏ ਦੀ ਤਲਵੰਡੀ ਨੂੰ ਛੱਡਣ ਲੱਗੇ ਨੇ ਔਰ ਸੁਲਤਾਨਪੁਰ ਲੋਧੀ ਦੇ ਰਸਤੇ ਪੈਣ ਲੱਗੇ ਹਨ। ਲੀਨੇ ਤਨ ਰਾਮਾ ਸੁਤ ਕ੍ਰਿਸ਼ਨਾ ਸੋ ਨਾਮਾ। ਤਾਂ ਇਸੇ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਕੇ ਪਰਿਵਾਰ ਵੀ ਲੀਨੇ ਧਨ ਰਾਮਾ ਸੁਤ ਕ੍ਰਿਸ਼ਨਾ ਸੋ ਨਾਮਾ, ਜਹ ਧਰੇ ਉਰ ਚਾਹੇ ਸੁਲਤਾਨਪੁਰ ਧਾਏ ਹੈ। ਤੇ ਇਸੇ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਨਕੇ ਪਰਿਵਾਰ, ਨਾਨਾ
ਰਾਮਾ ਜੀ, ਉਹਨਾਂ ਦੇ ਪੁੱਤਰ ਸੁਤ ਕ੍ਰਿਸ਼ਨਾ ਸੁਨਾਮਾ ਜਿਹਦਾ ਨਾਮ ਕ੍ਰਿਸ਼ਨਾ ਸੀ, ਤੇ ਰਾਮਾ ਜੀ ਦਾ ਪੁੱਤਰ ਸੀ। ਤੇ ਉਹ ਵੀ ਆਪਣੇ ਜਥਾ ਅਨੁਸਾਰ ਧਨ ਪਦਾਰਥ ਲੈ ਕੇ ਸੁਲਤਾਨਪੁਰ ਲੋਧੀ ਧਾਏ ਹਨ। ਸੁਲਤਾਨਪੁਰ ਲੋਧੀ ਉਹ ਵੀ ਪਹੁੰਚ ਗਏ। ਸਭੈ ਦਿਨ ਜਾਹੇ ਚਲੇ ਡੇਰਾ ਰਹਿਣ ਮਾਹੇ। ਤਾਂ ਇਸ ਪ੍ਰਕਾਰ ਹੁਣ ਮਹਿਤਾ ਕਾਲੂ ਜੀ ਆਪਣੇ ਸਾਕ ਸੰਬੰਧੀਆਂ ਦੇ ਨਾਲ ਖਾਣ ਜੋਗਾ ਕੋਈ ਮਠਿਆਈ ਜਾਂ ਇਸ ਤਰ੍ਹਾਂ ਸਮਾਨ ਲੈ ਕੇ ਸਾਰੇ ਨੇ ਗੱਡੇ ਤੋੜ ਲਏ, ਹਾਥੀ ਤੋੜ ਲਏ, ਜਿਹੜੇ ਰਾਏ ਬੁਲਾਰ ਜੀ ਵੱਲੋਂ ਦਿੱਤੇ ਗਏ ਨੇ। ਹਾਥੀਆਂ ਦੇ ਉੱਪਰ ਪਾਲਕੀਆਂ ਨੇ। ਸੋ ਇਸ ਪ੍ਰਕਾਰ ਹੁਣ ਸੁਲਤਾਨਪੁਰ ਦੇ ਰਸਤੇ ਤੁਰ ਪਏ ਸਾਰੇ। ਮਹਿਤਾ ਕਾਲੂ ਜੀ ਵੀ, ਚਾਚਾ ਲਾਲੂ ਜੀ ਵੀ, ਔਰ ਦੂਏ ਪਾਸੇ ਤੋਂ ਨਾਨਕੇ ਪਰਿਵਾਰ ਪਹਿਲੇ ਸੁਲਤਾਨਪੁਰ ਲੋਧੀ ਪਹੁੰਚ ਗਿਆ ਸੀ। ਇਸ ਤਰ੍ਹਾਂ ਭਾਈ ਬਾਲਾ ਜੀ ਸੁਣਾ ਰਹੇ ਹਨ। वेद ऐसी चलत तम नानकी के आए हैं। ਇਸ ਪ੍ਰਕਾਰ ਹੌਲੇ ਹੌਲੇ ਡੇਰੇ ਕਰਦੇ ਹੋਏ, ਪੜਾਅ ਤੈਅ ਕਰਦੇ ਹੋਏ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ। आनंद उदत मिल केल करे मीन जीव। ਹੁਣ ਇਸ ਤਰ੍ਹਾਂ ਬੇਬੇ ਨਾਨਕੀ ਜੀ ਦੇ ਘਰ ਜਦੋਂ ਪਹੁੰਚੇ, ਬਹੁਤ ਖੁਸ਼ੀ ਹੋਈ ਘਰ ਦੇ ਵਿੱਚ। ਸਾਰੇ ਆਨੰਦ ਦੇ ਨਾਲ, ਖੁਸ਼ੀ ਦੇ ਨਾਲ ਇੱਕ ਦੂਏ ਨੂੰ ਮਿਲੇ। ਬੇਬੇ ਨਾਨਕੀ ਜੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਜਦੋਂ ਦੇਖਿਆ ਵੀ ਮੇਰਾ ਪੇਕੇ ਪਰਿਵਾਰ ਪਹੁੰਚਿਆ ਹੈ, ਪਿੰਡ ਦੇ ਸਾਕ ਸੰਬੰਧੀ ਪਹੁੰਚੇ ਨੇ, ਚਾਚੀਆਂ ਤਾਈਆਂ ਮਾਸੀਆਂ ਸਾਰੇ ਪਹੁੰਚੇ ਨੇ। ਹੁਣ ਹੁੰਦਾ ਹੀ ਹੈ ਸਾਰਿਆਂ ਨੂੰ ਆਪਣੇ ਸਾਕ ਸੰਬੰਧੀਆਂ ਨੂੰ ਮਿਲ ਕੇ ਸਾਰੇ ਖੁਸ਼ ਹੁੰਦੇ ਨੇ। ਸੋ ਇਸ ਪ੍ਰਕਾਰ ਕਦੇ ਕਦਾਈ ਮਿਲਦੇ ਹੁੰਦੇ। ਹੁਣ ਤਾਂ ਟੈਲੀਫੋਨ ਹੈ, ਮਿੰਟ ਮਿੰਟ ਗੱਲ ਹੋ ਜਾਂਦੀ ਹੈ। ਪਹਿਲਾਂ ਬਹੁਤ ਦੂਰ ਦੂਰ ਦੀਆਂ ਰਿਸ਼ਤੇਦਾਰੀਆਂ ਤੇ ਕਦੇ ਕਦੇ ਮਿਲਦੇ। ਸੋ ਇਸ ਪ੍ਰਕਾਰ ਬੇਬੇ ਨਾਨਕੀ ਜੀ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ। नानक सपूत पयो पए मन पाए है। ਤਾਂ ਇਸ ਪ੍ਰਕਾਰ ਕਿ ਅੱਜ ਮੇਰੇ ਵੀਰ ਦਾ ਵਿਆਹ ਹੈ। ਮਾਤਾ ਤ੍ਰਿਪਤਾ ਜੀ ਬਹੁਤ ਮਿਲ ਕੇ ਸਾਰਿਆਂ ਨੂੰ ਖੁਸ਼ ਹੋਏ, ਵਧਾਈਆਂ ਲੈਂਦੇ ਔਰ ਦਿੰਦੇ ਨੇ ਸਭ ਨੂੰ ਕਿ ਅੱਜ ਮੇਰੇ ਪੁੱਤ ਨਾਨਕ ਜੀ ਦਾ ਵਿਆਹ ਹੈ। ਇਸ ਪ੍ਰਕਾਰ आन के जय राम सन्मान किन सबन को। ਹੁਣ ਜਦੋਂ ਪਤਾ ਲੱਗਿਆ ਜੈ ਰਾਮ ਜੀ ਨੂੰ ਕਿ ਮਹਿਤਾ ਕਾਲੂ ਜੀ ਸਣੇ ਪਰਿਵਾਰ ਸਾਕ ਸੰਬੰਧੀ ਔਰ ਰਾਏ ਭੋਏ ਦੀ ਤਲਮੰਡੀ ਤੋਂ ਹੋਰ ਵੀ ਪਤਵੰਤੇ ਸੱਜਣ ਆਏ ਨੇ, ਜੈ ਰਾਮ ਜੀ ਆਪਣੇ ਸਾਕ ਸੰਬੰਧੀਆਂ ਨੂੰ ਲੈ ਕੇ ਮੂਹਰੋਂ ਜਾ ਕੇ ਸਤਿਕਾਰ ਕਰਨ ਵਾਸਤੇ ਜੈ ਰਾਮ ਜੀ ਗਏ। यथा योग थान दीनो डेरा करवाए कै। ਹੁਣ ਜੈ ਰਾਮ ਜੀ ਨੇ ਸਾਰੇ ਦਾ ਜਿੰਨਾ ਵੀ ਸਾਕ ਸੰਬੰਧੀ ਗਏ ਸਾਰਿਆਂ ਦਾ ਜੋ ਵੀ ਜਲ ਪਾਣੀ ਜਥਾ ਯੋਗ ਜਿੰਨਾ ਬਣਿਆ ਛਕਾ ਕੇ ਸਾਰਿਆਂ ਦਾ ਡੇਰਾ ਕਰਾਇਆ, ਸਮਾਨ ਰਖਾਇਆ, ਉਹਨਾਂ ਦੀ ਰਹਿਸ ਵਾਸਤੇ ਪ੍ਰਬੰਧ ਕੀਤੇ। ਹਾਂਜੀ तनिया निकट जाए मिलियो कालू पाए सुख। ਹੁਣ ਬੇਬੇ ਨਾਨਕੀ ਜੀ ਨੇ ਜਾ ਕੇ, ਤਨੀਆ ਕਹਿੰਦੇ ਨੇ ਪੁੱਤਰੀ ਨੂੰ, ਬੇਬੇ ਨਾਨਕੀ ਜੀ ਨੇ ਜਾ ਕੇ ਆਪਣੇ ਪਿਤਾ ਜੀ ਨੂੰ ਮਿਲੇ। दयो मधुरानह को दास ते मंगाए कै। ਹੁਣ ਜੋ ਮਹਿਤਾ ਕਾਲੂ ਜੀ ਰਾਏ ਭੋਏ ਕੀ ਤਲਮੰਡੀ ਆਪਣੇ ਨਗਰ ਤੋਂ ਮਠਿਆਈਆਂ ਪਦਾਰਥ ਜੋ ਵਿਆਹ ਦਾ ਸਾਜੋ ਸਮਾਨ ਲੈ ਕੇ ਆਏ, ਉਹ ਸਾਰਾ ਆਪਣੀ ਪੁੱਤਰੀ ਨੂੰ ਮਿਲ ਕੇ ਉਹਨੂੰ ਸੰਭਾਇਆ। ਸਾਰੀ ਕੱਲੀ ਵਸਤੂ ਮਹਿਤਾ ਕਾਲੂ ਜੀ ਨੇ ਆਪਣੀ ਪੁੱਤਰੀ ਨੂੰ ਸੰਭਾਈ। ਹਾਂਜੀ सब ही संभारन संभार बंद बंद पार। ਜੋ ਵੀ ਗਠੜੀਆਂ ਦੇ ਵਿੱਚ ਸਮਾਨ ਲਿਆਂਦਾ ਗਿਆ ਸੀ, ਕੱਪੜਾ ਲੀੜਾ ਸਾਰਾ ਮਹਿਤਾ ਕਾਲੂ ਜੀ ਨੇ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ ਸੰਭਾਲ ਦਿੱਤਾ ਔਰ ਬੇਬੇ ਨਾਨਕੀ ਜੀ ਨੇ ਸੰਭਾਲ ਕੇ ਅੰਦਰ ਰੱਖ ਲਿਆ। तरे सकटन सब ऊपर ते ले आए कै। ਤਾਂ ਇਸ ਪ੍ਰਕਾਰ ਪੰਡਾਂ ਸੀ ਜਿਹੜੀਆਂ ਸਮਾਨ ਦੀਆਂ, ਪੰਡਾਂ ਕੱਪੜੇ ਲੀੜੇ ਦੀਆਂ, ਮਠਿਆਈ ਸੀ, ਸੋ ਸਾਰੀ ਚੀਜ਼ ਬੇਬੇ ਨਾਨਕੀ ਜੀ ਨੇ ਸਾਂਭ ਲਈ ਔਰ ਆਪਣੇ ਨੌਕਰਾਂ ਨੂੰ ਨਾਲ ਲਾ ਕੇ ਅੰਦਰ ਰਖਵਾਈ ਗਈ। परमानंद मिलियो कीन प्रशन कुशल भये। ਤਾਂ ਇਸ ਪ੍ਰਕਾਰ ਹੁਣ ਜੈ ਰਾਮ ਜੀ ਦਾ ਪਿਤਾ ਜੀ ਵੀ ਆ ਗਿਆ। ਜੈ ਰਾਮ ਜੀ ਦੇ ਪਿਤਾ ਜੀ ਨੇ ਆ ਕੇ ਮਹਿਤਾ ਕਾਲੂ ਜੀ ਦੇ ਨਾਲ ਦੇ ਸੰਬੰਧੀਆਂ ਨੂੰ ਸਾਰਿਆਂ ਨੂੰ ਫਤਿਹ ਬੁਲਾਈ ਔਰ ਸਾਰਿਆਂ ਨੇ ਨਮਸਕਾਰ ਕੀਤੀ। ਜੈ ਰਾਮ ਜੀ ਵੱਡੇ ਸਨ, ਇਸ ਕਰਕੇ ਸਾਰਿਆਂ ਨੇ ਮਹਿਤਾ ਕਾਲੂ ਜੀ ਦੇ ਗੋਡੀ ਹੱਥ ਲਾ ਕੇ ਸਾਰਿਆਂ ਨੇ ਫਤਿਹ ਬੁਲਾਈ। ਹਾਂਜੀ
हेर कै बरात उर रहियो हर खाए गए। ਇਸ ਪ੍ਰਕਾਰ ਜਿੰਨੇ ਵੀ ਮਹਿਤਾ ਕਾਲੂ ਜੀ ਦੇ ਨਾਲ ਆਏ ਸਾਰਿਆਂ ਦਾ ਹਾਲ ਚਾਲ ਪੁੱਛਿਆ ਪਰਮਾਨੰਦ ਜੀ ਨੇ, ਔਰ ਖੁਸ਼ੀ ਖੁਸ਼ੀ ਸਾਰਿਆਂ ਨੂੰ ਰਹਿਣ ਵਾਸਤੇ ਉਹਨਾਂ ਦੇ ਜਿਹੜੀ ਹੈ ਉਹ ਤਿਆਰੀ ਕੀਤੀ ਗਈ। ਬਈ ਇਹਨਾਂ ਦੀ ਰਹਿਸੀ ਰਾਤ ਨੂੰ ਰਹਿਣਗੇ। ਰਾਮਾਨੰਦ ਜੀ ਕਹਿੰਦੇ, ਜਿਹੜੇ ਉਹਨਾਂ ਦੇ ਪਿਤਾ ਸੀ ਜੈ ਰਾਮ ਜੀ ਦੇ ਪਰਮਾਨੰਦ ਜੀ, ਆਪਣੇ ਨੌਕਰਾਂ ਨੂੰ ਕਹਿ ਕੇ ਬਾਰ-ਬਾਰ ਕਹਿ ਕੇ ਸਾਰਿਆਂ ਦੀ ਪੁੱਛ ਗਿੱਛ ਕਰ ਰਹੇ ਨੇ, ਔਰ ਸਾਰਿਆਂ ਦੀ ਰਹਿਸ ਵਾਸਤੇ ਪ੍ਰਬੰਧ ਕਰ ਰਹੇ ਨੇ। ਇਸ ਪ੍ਰਕਾਰ ਸੋਨ ਸੁਖ ਕੰਦ ਸੁਨ ਆਏ ਜਗ ਬੰਦ ਪੁਨ। ਹੁਣ ਮੋਦੀ ਖਾਨੇ ਤੇ ਬੈਠੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਸੁਨੇਹਾ ਮਿਲਿਆ ਕਿ ਤੁਹਾਡੇ ਨਾਨਕਾ ਪਰਿਵਾਰ ਵੀ ਔਰ ਤੁਹਾਡੇ ਪਿਤਾ ਜੀ ਔਰ ਰਾਏ ਭੋਏ ਕੀ ਤਲਵੰਡੀ ਤੋਂ ਸਾਕ ਸੰਬੰਧੀ ਸਾਰੇ ਜੈ ਰਾਮ ਜੀ ਦੇ ਘਰ ਪਹੁੰਚ ਗਏ ਹਨ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਿਰ ਮੋਦੀ ਖਾਨੇ ਤੋਂ ਚੱਲ ਕੇ ਫਿਰ ਘਰ ਨੂੰ ਆਏ। ਦੋ ਕਰ ਬੰਦ ਪਦ ਬੰਦੇ ਸੀ ਸੁਨਾਇਓ ਹੈ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਕੇ ਆਪਣੇ ਪਿਤਾ ਜੀ ਦੇ ਚਰਨਾਂ ਨੂੰ ਹੱਥ ਲਾਇਆ ਔਰ ਸਾਰਿਆਂ ਨੂੰ ਯਾਨੀ ਕਿ ਨਮਸਕਾਰ ਕੀਤੀ। ਕਾਲੂ ਨੇ ਉਤਾਲ ਲੀਨ ਅੰਕ ਹਿਤ ਨਾਲ। ਹੁਣ ਮਹਿਤਾ ਕਾਲੂ ਜੀ ਨੇ ਪਿਆਰ ਦੇ ਨਾਲ ਆਪਣੇ ਪੁੱਤਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ। ਭਇਓ ਪ੍ਰੀਤ ਮੈਂ ਵਿਸਾਲ ਨਿਜ ਗਰੇ ਸੋ ਲਗਾਇਓ ਹੈ। ਹੋਰ ਵੀ ਜਿੰਨੇ ਸਾਖ ਸੰਬੰਧੀ ਸਨ ਸਾਰਿਆਂ ਨੇ ਪ੍ਰੇਮ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈਂਦੇ ਨੇ ਔਰ ਪਿਆਰ ਕਰਦੇ ਹਨ ਔਰ ਵੱਡੀਆਂ ਵੱਡੀਆਂ ਸੀਸਾਂ ਦਿੰਦੇ ਹਨ। ਬੇਦੀ ਸਭ ਔਰ ਭਰੇ ਪ੍ਰੇਮ ਤਹ ਠੌਰ ਮਿਲੇ। ਸਾਰੇ ਬੇਦੀ ਕੁਲ ਦੇ ਸਾਖ ਸੰਬੰਧੀ ਮਾਈ ਭਾਈ ਸਾਰੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਾਲੇ ਮਿਲੀ ਜਾਂਦੇ ਨੇ, ਨਾਲੇ ਸੀਸਾਂ ਦੇਈ ਜਾਂਦੇ ਨੇ, ਨਾਲੇ ਵਧਾਈਆਂ ਦਿੰਦੇ ਹਨ। ਪਰ ਪਰ ਕੌਰ ਉਰ ਭਾਰੀ ਸੁਖ ਪਾਇਓ ਹੈ। ਇਸ ਪ੍ਰਕਾਰ ਸਾਰਿਆਂ ਨੇ ਬੜਾ ਸੁਖ ਪ੍ਰਾਪਤ ਕੀਤਾ। ਸਾਰੇ ਮਠਿਆਈਆਂ ਛਕਦੇ ਨੇ। ਸੋ ਇਸ ਤਰ੍ਹਾਂ ਕਰਕੇ ਸਾਰੇ ਬੜੇ ਖੁਸ਼ ਹਨ। ਹਾਂਜੀ। ਸੁੰਦਰ ਕਿਸ਼ੋਰ ਲਖੈ ਬੰਸ ਸਿਰ ਮੋਰ ਨਿਜ। ਜੋ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਿਹਰੇ ਵੱਲ ਦੇਖਦਾ ਹੈ, ਮਹਾਰਾਜ ਜੀ ਦਾ ਬਹੁਤ ਸੁੰਦਰ ਚਿਹਰਾ ਹੈ ਔਰ ਚਿਹਰੇ ਨੂੰ ਦੇਖਦੇ ਸਾਰੀ ਬਲਿਹਾਰ ਜਾਂਦਾ ਹੈ, ਬਹੁਤ ਉਪਮਾ ਕਰਦਾ ਹੈ। ਸਾਰੇ ਜਸ ਤਾਂ ਪਹਿਲੇ ਹੀ ਮਹਾਰਾਜ ਜੀ ਦਾ ਫੈਲਿਆ ਸੀ ਵੀ ਵੱਡੇ ਪਰਵਕਾਰੀ ਨੇ, ਵੱਡੇ ਦਾਨੀ ਨੇ, ਗਰੀਬਾਂ ਵਾਸਤੇ ਤਾਂ ਮਸੀਹਾ ਹੀ ਨੇ। ਇਹ ਕੋਈ ਅਵਤਾਰ ਹਨ, ਕੋਈ ਕਹਿੰਦਾ ਸੰਤ ਨੇ, ਕੋਈ ਭਗਤ ਕਹਿੰਦਾ, ਕੋਈ ਰੱਬ ਦਾ ਰੂਪ ਕਹਿੰਦਾ। ਇਸ ਤਰ੍ਹਾਂ ਸਾਰੇ ਜਸ ਕਰਦੇ ਸਨ। ਸੋ ਇਸ ਤਰ੍ਹਾਂ ਕਰਕੇ ਸਾਰਾ ਜਸ ਫੈਲਿਆ ਸੀ ਸਾਰੇ ਰਿਸ਼ਤੇਦਾਰ ਸਾਕ ਸੰਬੰਧੀਆਂ 'ਚ। ਸਾਰੇ ਬੜੇ ਅਦਬ ਸਤਿਕਾਰ ਦੇ ਨਾਲ ਮਹਾਰਾਜ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਪਿਆਰ ਕਰਦੇ ਨੇ ਔਰ ਬੜੇ ਖੁਸ਼ ਹੁੰਦੇ ਹਨ। ਦੌਰ ਦੌਰ ਜਾਂ ਕੋ ਜਸ ਦੇਸ਼ ਦੇਸ਼ ਛਾਇਓ ਹੈ। ਹਾਂ, ਉਹਨਾਂ ਨੂੰ ਸੁਣਿਆ ਸੀ ਵੀ ਦੂਰ ਦੂਰ ਤੱਕ, ਦੇਸਾਂ ਵਿਦੇਸਾਂ ਤੱਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਫੈਲਿਆ ਹੋਇਆ ਸੀ। ਦੋਹਰਾ ਕਮਲ ਨੈਣ ਕੋ ਧਨ ਜਿਤੋ ਦੀਨੋ ਕਾਲੂ ਹਾਥ। ਹੁਣ ਜੈ ਰਾਮ ਜੀ ਨੇ ਜਿੰਨਾ ਧਨ ਆਪ ਜੀ ਨੇ ਪਿੱਛੇ ਸਾਖੀ ਦੇ ਵਿੱਚ ਸੁਣਿਆ ਹੈ ਕਿ ਜਦੋਂ ਨਵਾਬ ਦੌਲਤ ਖਾਂ ਦੇ ਨਾਲ ਹਿਸਾਬ ਕਿਤਾਬ ਹੋਇਆ, 3321 ਰੁਪਏ ਜਿਹੜੇ ਸਨ ਉਹ ਨਵਾਬ ਦੌਲਤ ਖਾਂ ਨੇ ਦਿੱਤੇ। 3000 ਰੁਪਇਆ ਅੱਡ ਦਿੱਤਾ, 321 ਰੁਪਏ ਮਹਾਰ ਦੇ ਵਧੇ ਸਨ। 321 ਰੁਪਏ ਤਾਂ ਮਹਾਰਾਜ ਜੀ ਲੈ ਗਏ ਸੀ ਮੋਦੀ ਖਾਨੇ ਦੇ ਉੱਪਰ, ਜਿਹਦੇ ਨਾਲ ਸੌਦਾ ਰਸਨ ਪਾ ਕੇ ਅੱਗੇ ਗਰੀਬਾਂ ਨੂੰ ਵੰਡਿਆ। ਔਰ 3000 ਰੁਪਇਆ ਜਿਹੜਾ ਸੀ ਉਹ ਜੈ ਰਾਮ ਨੂੰ ਸੰਭਾਲ ਦਿੱਤਾ ਸੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਹੁਣ ਉਹ 3000 ਰੁਪਇਆ ਜੈ ਰਾਮ ਜੀ ਨੇ ਮਹਿਤਾ ਕਾਲੂ ਜੀ ਦੇ ਹੱਥ ਤੇ ਰੱਖਿਆ ਕਿ ਲਓ, ਇਹ ਨਾਨਕ ਜੀ ਦੀ ਕਮਾਈ ਹੈ। ਤੁਸੀਂ ਕਿਹਾ ਸੀ ਕਿ ਹੁਣ ਵਿਆਹ ਦਾ ਖਰਚ ਬਹੁਤ ਹੋਵੇਗਾ ਤੇ ਤੁਸੀਂ ਧਨ ਜੋੜਨਾ। ਭਾਈ ਜੈ ਰਾਮ ਜੀ ਨੇ ਫਿਰ ਉਹ ਵਾਲੇ ਪੈਸੇ ਜਿਹੜੇ ਹਨ ਮਹਿਤਾ ਕਾਲੂ ਜੀ ਨੂੰ ਦਿੱਤੇ ਸਨ। ਹਾਂਜੀ। ਕਹੀ ਜ ਰਾਮ ਸੁਨਾਏ ਪੁਨ ਸਭ ਲੇਖੇ ਕੀ ਗਾਥ। ਔਰ ਫਿਰ ਉਸ ਵੇਲੇ ਜਿਹੜਾ ਹਿਸਾਬ ਹੋਇਆ, ਲੇਖਾ ਜੋਖਾ ਹੋਇਆ ਸੀ ਨਵਾਬ ਦੌਲਤ ਖਾਂ ਦੇ ਨਾਲ, ਉਹ ਸਾਰੀ ਕਹਾਣੀ ਮਹਿਤਾ ਕਾਲੂ ਜੀ ਨੂੰ ਸੁਣਾਈ। ਸੋਰਠ
पठा और तर हरख विशाल कालू बोलियो बचन तब। ਤਾਂ ਉਸ ਵੇਲੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ। ਇਹ ਸਾਰੀ ਗੱਲਬਾਤ ਸੁਣ ਕੇ ਬੜੇ ਖੁਸ਼ ਹੋਏ ਕਿ ਮੇਰੇ ਪੁੱਤ ਨੇ ਧਨ ਜੋੜ ਲਿਆ ਹੈ, ਔਰ ਸਾਰਾ ਧਨ ਕਹਿਣ ਲੱਗੇ ਮੈਂ ਇਹਦੇ ਵਿਆਹ ਤੇ ਖਰਚ ਕਰਾਂਗਾ। ਇਸ ਤਰ੍ਹਾਂ ਖੁਸ਼ੀ ਦੇ ਵਿੱਚ ਮਹਿਤਾ ਕਾਲੂ ਜੀ ਇਸ ਤਰ੍ਹਾਂ ਬਚਨ ਲੱਗੇ ਕਰਨ, खर्चन को अब काल भला पयो तन बहु करियो। ਕਹਿਣ ਲੱਗੇ ਬੜਾ ਧਨ ਜੋੜਿਆ। ਉਸ ਵੇਲੇ 3000 ਰੁਪਇਆ ਕੋਈ ਥੋੜਾ ਥੋੜਾ ਸੀ, ਬਹੁਤ ਧਨ ਜੋੜ ਲਿਆ ਮੇਰੇ ਪੁੱਤਰ ਨੇ। ਹੁਣ ਚੰਗਾ ਸਮਾਂ, ਖਰਚਨ ਕੋ ਅਬ ਕਾਲ ਭਲਾ, ਕਹਿਣ ਲੱਗੇ ਨਾਨਕ ਜੀ ਦਾ ਵਿਆਹ ਹੈ, ਚੰਗਾ ਭਲਾ ਸਮਾਂ ਹੈ। ਭਇਓ ਤਨ ਬਹੁ ਕਰਿਓ, ਖਰਚਨ ਕੋ ਅਬ ਕਾਲ ਭਲਾ ਭਇਓ, ਕਹਿਣ ਲੱਗੇ ਚੰਗਾ ਸਮਾਂ ਹੁਣ, ਧਨ ਬਹੁ ਕਰਿਓ, ਬਹੁਤ ਧਨ ਇਕੱਠਾ ਕੀਤਾ। ਸਾਰੇ ਹੀ ਕਹਿਣ ਲੱਗੇ ਪੁੱਤਰ ਦੇ ਵਿਆਹ ਤੇ ਲਾ ਦਿਆਂਗੇ। ਇਸ ਤਰ੍ਹਾਂ ਮਹਿਤਾ ਕਾਲੂ ਜੀ ਖੁਸ਼ ਹੋ ਰਹੇ ਹਨ। और पेव नह जान एक दरब की लालसा। ਹਾਂ, ਪਰ ਮਹਿਤਾ ਕਾਲੂ ਜੀ ਇਹ ਨਹੀਂ ਭੇਦ ਨੂੰ ਜਾਣ ਸਕੇ ਕਿ ਕਿਵੇਂ ਇਹ ਰੱਬ ਦਾ ਰੂਪ ਹਨ, ਖੁਦਾ ਦਾ ਰੂਪ ਹਨ, ਕਰਤਾਰ ਦਾ ਰੂਪ ਹਨ। ਇੰਨਾ ਧਨ ਪਦਾਰਥ ਲਟਾਉਣ ਦੇ ਬਾਵਜੂਦ ਵੀ ਪੈਸੇ ਕਿਵੇਂ ਵੱਧ ਗਏ, ਇਹ ਮਹਿਮਾ ਨੂੰ ਨਹੀਂ ਜਾਣ ਸਕੇ। ਭਾਈ ਬਾਲਾ ਜੀ ਕਹਿੰਦੇ ਨੇ ਬਸ ਉਹਨਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੋ ਗਈ ਵੀ ਪੈਸੇ ਮਿਲ ਗਏ, ਪੈਸੇ ਜੋੜ ਲਏ ਮੇਰੇ ਪੁੱਤ ਨੇ, ਇਹ ਗੱਲ ਦੀ ਖੁਸ਼ੀ ਹੋ ਗਈ ਮਹਿਤਾ ਕਾਲੂ ਜੀ ਦੇ ਅੰਦਰ। ਇਹ ਗੱਲ ਤੋਂ ਇਹ ਮਹਿਮਾ ਨਹੀਂ ਜਾਣ ਸਕੇ ਵੀ ਇਹ ਕੌਤਕ ਵਰਤਿਆ ਕਿਵੇਂ, ਇਹ ਮਹਿਮਾ ਨਹੀਂ ਜਾਣ ਸਕੇ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿ ਰਹੇ ਹਨ, यो न कर है पहचान करता हरता जगत को। ਇਹ ਗੱਲ ਦੀ ਪਛਾਣ ਨਹੀਂ ਫੇਰ ਵੀ ਮਹਿਤਾ ਕਾਲੂ ਜੀ ਨੇ ਆਪਣੇ ਮਨ ਵਿੱਚ ਕੀਤੀ ਕਿ ਮੇਰਾ ਪੁੱਤਰ ਤਾਂ ਸਾਰੇ ਜਗ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ। ਇਹ ਮਹਿਮਾ ਨੂੰ ਨਹੀਂ ਜਾਣ ਸਕੇ। कबित नाना विध भोजन कराए के जमाए नर। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਜੈ ਰਾਮ ਜੀ ਨੂੰ ਕਿਹਾ, ਜੈ ਰਾਮ ਜੀ, ਗਰੀਬ ਅਮੀਰ ਸਭ ਨੂੰ ਇੱਕ ਨਿਗਾਹ ਨਾਲ ਦੇਖਣਾ ਹੈ, ਖੁੱਲੇ ਲੰਗਰ ਚਲਾਓ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਾਤ ਪਾਤ ਦਾ ਭੇਦ ਭਾਵ ਮਿਟਾਉਣ ਵਾਸਤੇ ਹੁਣ ਉੱਥੇ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ, ਨਾਨਕੇ ਪਰਿਵਾਰ, ਮਹਾਰਾਜ ਦਾ ਪਰਿਵਾਰ, ਕੁਲ ਦੇ ਸਾਰੇ ਬੰਦੇ ਸਾਰੇ ਆਏ। ਹੁਣ ਸਾਰਿਆਂ ਨੂੰ ਇੱਕ ਵੱਡੀ ਸਿੱਖਿਆ ਦੇਣ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਅਜੀਬ ਕੌਤਕ ਕੀਤਾ। ਭਾਈ ਜੈ ਰਾਮ ਜੀ ਨੂੰ ਕਹਿ ਦਿੱਤਾ, ਅਮੀਰ ਗਰੀਬ ਸਾਰਿਆਂ ਨੂੰ ਭੋਜਨ ਤਿਆਰ ਕਰਕੇ ਇੱਕੋ ਪੰਗਤ ਦੇ ਵਿੱਚ ਛਕਾਉਣਾ ਸਾਰਿਆਂ ਨੂੰ, ਜਾਤ ਪਾਤ ਦਾ ਭੇਦ ਭਾਵ ਮਿਟਾਉਣਾ ਆਪਾਂ ਸਾਰਿਆਂ ਨੇ। ਜੈ ਰਾਮ ਭਗਤ ਸੀ ਵਿਚਾਰਾ, ਉਹਨੇ ਮੰਨ ਲਈ ਗੱਲ। ਸੋ ਇਸ ਤਰ੍ਹਾਂ ਕਰਕੇ ਉਸ ਵੇਲੇ ਨਾਨਾ ਵਿਧ ਭੋਜਨ ਕਰਾਏ ਕੈ ਜਮਾਏ ਨਰ, ਬਨਿਤਾ ਕੀ ਭਾਂਤੈ ਵਿਸਾਏ ਹਿਤ ਖਾਨ ਕੋ। ਬਹੁਤ ਪ੍ਰਕਾਰ ਦਾ ਭੋਜਨ ਤਿਆਰ ਕੀਤਾ ਗਿਆ ਔਰ ਸਾਰਿਆਂ ਨੂੰ ਛਕਾਉਣ ਵਾਸਤੇ ਨਰ ਨਾਰੀ, ਗਰੀਬ ਗਰੂਬਾ ਸਾਰਿਆਂ ਨੂੰ ਇੱਕ ਪੰਕਤੀ ਦੇ ਵਿੱਚ ਬਿਠਾ ਕੇ ਭੋਜਨ ਛਕਾਉਣ ਵਾਸਤੇ ਤਿਆਰੀ ਕੀਤੀ ਗਈ। ਹਾਂਜੀ, और जे है ऊंच नीच सबको आहार दीने। ਜੋ ਵੀ ਭਾਵੇਂ ਉਸ ਵੇਲੇ ਜਾਤ ਪਾਤ ਦਾ ਬੋਲਬਾਲਾ ਬਹੁਤ ਸੀ, ਪਰ ਜੋ ਵੀ ਸਨ, ਚਾਹੇ ਕੋਈ ਉੱਚ ਕੁਲ ਦਾ ਸੀ ਚਾਹੇ ਕੋਈ ਨੀਵੀਂ ਕੁਲ ਦਾ ਸੀ, ਸਭ ਨੂੰ ਪ੍ਰਸ਼ਾਦ ਪਾਣੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਹਿਣ ਤੇ ਭਾਈ ਜੈ ਰਾਮ ਜੀ ਵੱਲੋਂ ਇੱਕਸਾਰ ਇੱਕ ਬਰਾਬਰਤਾ ਨਾਲ ਛਕਾਇਆ ਗਿਆ। नीके पकवान खान किन्ने सुख मान के। ਬਹੁਤ ਪ੍ਰਕਾਰ ਦਾ ਜੈ ਰਾਮ ਜੀ ਨੇ ਭੋਜਨ ਤਿਆਰ ਕੀਤਾ ਸੀ, ਮਠਿਆਈਆਂ ਕੀਤੀਆਂ ਸਨ ਤਿਆਰ, ਸਾਰਿਆਂ ਨੂੰ ਛਕਾਈਆਂ ਗਈਆਂ। चतुर बरन केरे करन करन फेरे। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਹਿਣ ਤੇ ਜੈ ਰਾਮ ਜੀ ਨੇ ਚਤੁਰ ਬਰਨ ਕੇਰੇ ਘਰਨ ਘਰਨ ਫੇਰੇ ਤੋਰਨ ਨਰਨ ਪ੍ਰੇਰੇ ਕਾਲੂ ਰੰਕ ਰਾਨ ਕੇ। ਹੁਣ ਜੈ ਰਾਮ ਜੀ ਨੇ ਆਪਣੇ ਦਾਸ ਭੇਜ ਕੇ ਘਰ ਘਰ ਜਾ ਕੇ ਸੁਨੇਹਾ ਦਿੱਤਾ ਕਿ ਚਲੋ ਭਾਈ ਸਾਰਿਆਂ ਦਾ ਪ੍ਰਸ਼ਾਦ ਪਾਣੀ ਅੱਜ ਸਾਡੇ ਘਰੇ ਹੈ, ਸਾਰੇ ਨੇ ਛਕਣਾ, ਕੋਈ ਛੋਟਾ ਕੋਈ ਬੜਾ, ਕੋਈ ਅਮੀਰ ਕੋਈ ਗਰੀਬ ਨਹੀਂ ਦੇਖਿਆ। ਸਾਰਿਆਂ ਨੂੰ ਇੱਕ ਸਾਰਤਾ ਲਿਆਉਣ ਵਾਸਤੇ, ਬਰਾਬਰਤਾ ਲਿਆਉਣ ਵਾਸਤੇ, ਮਾਨਸ ਕੀ
मानस की सबे जात एक है पहचानवो, अवल अल्लाह नूर उपाया, कुदरत के सब बंदे। ये सिक्ख्या देने वास्ते महाराज जी ने सारिਆਂ ਨੂੰ ਇੱਕਸਾਰ ਘਰ ਘਰ ਨੌਕਰ ਭੇਜ ਕੇ ਸੁਲਤਾਨਪੁਰ ਲੋਧੀ ਤੋਂ ਅਮੀਰ ਗਰੀਬ ਸਭ ਨੂੰ ਬੁਲਾਇਆ ਗਿਆ ਔਰ ਪੰਕਤ ਵਿੱਚ ਬਿਠਾ ਕੇ ਇੱਕਸਾਰ ਸਭ ਨੂੰ ਭੋਜਨ ਛਕਾਇਆ ਗਿਆ। ਸਭੇ ਨ ਦਿਵਾਇਓ ਉਤਸਾਹਿਓ ਬਿੜਾਇਓ ਅਤ। ਹੁਣ ਸਭ ਨੂੰ ਬੁਲਾਇਆ ਗਿਆ, ਬੜਾ ਉਤਸ਼ਾਹ ਸਭ ਦੇ ਮਨ ਵਿੱਚ ਵਧਿਆ। ਹੁਣ ਜਦੋਂ ਗਰੀਬ ਬੰਦੇ ਨੂੰ ਸਤਿਕਾਰ ਮਿਲੇ ਉਹਦਾ ਤਾਂ ਵਿਚਾਰੇ ਦਾ ਚੌ ਲੱਥਿਆ ਨਹੀਂ ਜਾਂਦਾ। ਸੋ ਇਸ ਪ੍ਰਕਾਰ ਸਾਰਿਆਂ ਨੂੰ ਬੁਲਾਇਆ ਗਿਆ, ਸਭ ਨੇ ਆ ਕੇ ਵਧਾਈ ਦਿੱਤੀ ਮਹਿਤਾ ਕਾਲੂ ਜੀ ਨੂੰ ਔਰ ਸਾਰਿਆਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਸ਼ਾਮਲ ਹੋਏ ਪ੍ਰਸ਼ਾਦਾ ਪਾਣੀ ਛਕਣ ਦੇ ਵਿੱਚ। ਵੱਡੋ ਜਸ ਛਾਇਓ ਬੀਚਪੁਰ ਸੁਲਤਾਨ ਕੇ। ਬੜਾ ਜਸ ਛਾਇਆ ਸੁਲਤਾਨਪੁਰ ਲੋਧੀ ਦੇ ਵਿੱਚ। ਬਈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਇੱਕ ਬਰਾਬਰ ਸਮਝਦੇ ਨੇ, ਉਹ ਜਾਤ ਪਾਤ ਦੇ ਵਿੱਚ ਭੇਦ ਭਾਵ ਨਹੀਂ ਰੱਖਦੇ। ਵੱਡੀ ਸਿੱਖਿਆ ਦੇਣੀ ਸੀ ਮਹਾਰਾਜ ਜੀ ਨੇ। ਜਿੰਨੇ ਵੀ ਮਹਾਰਾਜ ਜੀ ਦੇ ਇੱਥੇ ਕੌਤਕ ਆਣਗੇ ਹਰ ਇੱਕ ਦੇ ਵਿੱਚ ਇੱਕ ਚੰਗੀ ਸਮਾਜਿਕ ਸੇਧ ਦਿੱਤੀ ਹੈ ਮਹਾਰਾਜ ਜੀ ਨੇ। ਚਾਹੇ ਤਾਂ ਮੋਦੀ ਖਾਨੇ ਤੇ ਕਾਰ ਕੀਤੀ, ਉੱਥੇ ਮਹਾਰਾਜ ਜੀ ਨੇ ਸੇਧ ਦਿੱਤੀ। ਜਨੇਊ ਪਾਉਣ ਵੇਲੇ ਉੱਥੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਸੋ ਇਹ ਐਵੇਂ ਕਹਾਣੀਆਂ ਨਹੀਂ ਹਨ। ਮਹਾਰਾਜ ਜੀ ਨੇ ਉਸ ਵੇਲੇ ਸਮਾਜਿਕ ਸੁਧਾਰ ਲਹਿਰ ਚਲਾਈ, ਇੱਕ ਚੰਗੇ ਜੀਵਨ ਜਿਉਣ ਦੀ ਜਾਚ ਸਿਖਾਈ ਔਰ ਸਾਰਿਆਂ ਨੂੰ ਇਕੱਠੇ ਕਰਕੇ ਮਹਾਰਾਜ ਜੀ ਸਿੱਖਿਆ ਦਿੰਦੇ ਕਿ ਕੋਈ ਊਚ ਨੀਚ ਨਹੀਂ ਹੈ, ਸਭ ਇੱਕ ਬਰਾਬਰ ਹਨ। ਤਾਂ ਜੈ ਰਾਮ ਜੀ ਨੂੰ ਕਹਿ ਕੇ ਇਹ ਸਾਰਾ ਲੰਗਰ ਪ੍ਰਸ਼ਾਦਾ ਸਾਰਾ ਤਿਆਰ ਕਰਕੇ ਸਾਰਿਆਂ ਨੂੰ ਇੱਕ ਪੰਕਤੀ ਦੇ ਵਿੱਚ ਛਕਾਇਆ ਗਿਆ। ਸਭ ਦੀ ਵਧਾਈ ਲਈ ਅਦਬ ਸਤਿਕਾਰ ਕੀਤਾ। ਛੋਟੇ ਬੜੇ ਵਾਲੀ ਉਹ ਗੱਲੇ ਖਤਮ ਕਰ ਦਿੱਤੀ ਮਹਾਰਾਜ ਜੀ ਨੇ। ਹਾਂਜੀ। ਦੋਹਰਾ ਬ੍ਰਿੰਦ ਮਦਰ ਪਕਵਾਨ ਕੋ ਸੀਸ ਨਰਨ ਤਰਵਾਏ। ਇਸ ਪ੍ਰਕਾਰ ਬਹੁਤ ਮਿੱਠੇ ਮਿੱਠੇ ਪਕਵਾਨ ਜੈ ਰਾਮ ਜੀ ਨੇ ਆਪਣੇ ਦਾਸਾਂ ਨੂੰ ਲਾ ਕੇ ਸਿਰਾਂ ਤੇ ਚਕਵਾ ਲਿਆਂਦੇ। ਸੋ ਲਿਆ ਕੇ ਸਾਰੇ ਉਹ ਵੰਡੇ ਗਏ। ਫਿਰ ਦੌਲਤ ਖਾਨ ਨਿਰਪਾਲ ਕੋ ਦੀਨ ਜਰਾਮ ਸੁਜਾਏ। ਹੁਣ ਇਸ ਪ੍ਰਕਾਰ ਜੈ ਰਾਮ ਜੀ ਦੇ ਘਰ ਵੱਡਾ ਭੰਡਾਰਾ ਹੋ ਰਿਹਾ ਸੀ। ਹੁਣ ਜੈ ਰਾਮ ਜੀ ਨੇ ਨਾਲ ਕੁਝ ਮਠਿਆਈ ਲਈ, ਆਪਣੇ ਨੌਕਰਾਂ ਨੂੰ ਨਾਲ ਲਿਆ, ਉਹਨਾਂ ਦੇ ਸਿਰ ਤੇ ਰਖਾ ਕੇ ਜੈ ਰਾਮ ਜੀ ਕਿੱਥੇ ਪਹੁੰਚੇ ਨੇ? ਨਵਾਬ ਦੌਲਤ ਖਾਂ ਦੇ ਘਰ। ਔਰ ਨਵਾਬ ਦੌਲਤ ਖਾਂ ਦੇ ਘਰ ਉਹ ਮਠਿਆਈ ਲੈ ਕੇ ਗਏ ਹਨ। ਸੋਰਠਾ ਲੱਖ ਆਨੰਦ ਕੋ ਬ੍ਰਿੰਦ ਬਦਿਓ ਨਰਿੰਦ ਸੋ ਬਦਨ ਤੇ। ਇਸ ਪ੍ਰਕਾਰ ਜਦੋਂ ਜੈ ਰਾਮ ਜੀ ਪਹੁੰਚੇ ਨਵਾਬ ਦੌਲਤ ਖਾਂ ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਨਵਾਬ ਦੌਲਤ ਖਾਂ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਪ੍ਰਜਾ ਨੂੰ ਇੱਕਸਾਰ ਸਮਝਿਆ ਜਾ ਰਿਹਾ ਹੈ ਔਰ ਜੈ ਰਾਮ ਜੀ ਨੇ ਐਸਾ ਲੰਗਰ ਚਲਾਇਆ ਜਿਹਦੇ ਵਿੱਚ ਮੁਸਲਮਾਨਾਂ ਨੂੰ ਵੀ, ਸਿੱਖ ਵੀ, ਹਿੰਦੂ ਵੀ ਸਾਰੇ ਇਕੱਠੇ ਬੈਠ ਕੇ ਇੱਕ ਪੰਕਤੀ ਦੇ ਵਿੱਚ ਪ੍ਰਸ਼ਾਦਾ ਛਕ ਰਹੇ ਨੇ। ਕੋਈ ਕਿਸੇ ਨਾਲ ਭੇਦਭਾਵ ਨਹੀਂ ਹੈ। ਸੋ ਇਸ ਪ੍ਰਕਾਰ ਨਵਾਬ ਦੌਲਤ ਖਾਂ ਖੁਸ਼ ਸੀ। ਜੈ ਰਾਮ ਜੀ ਨੂੰ ਲੱਗਿਆ ਕਹਿਣ, ਵਸ ਬਿਲੰਤ ਸੁਛੰਦ ਮੋਹੇ ਨਰਨ ਤੇ ਚਹਤ ਲਿਹੋ। ਹੁਣ ਖੁਸ਼ੀ ਦੇ ਵਿੱਚ ਕਹਿਣ ਲੱਗਿਆ ਨਵਾਬ ਦੌਲਤ ਖਾਨ, ਹੇ ਜੈ ਰਾਮ ਜੀ, ਮੈਂ ਬੜਾ ਖੁਸ਼ ਹਾਂ। ਮੋਦੀ ਨੇ ਮੇਰਾ ਬੜਾ ਜਸ ਸਾਰੇ ਪਾਸੇ ਫੈਲਾਇਆ ਇਲਾਕੇ ਦੇ ਵਿੱਚ। ਸਾਰੇ ਕਹਿੰਦੇ ਨੇ ਵੀ ਨਵਾਬ ਦੌਲਤ ਖਾਂ ਚੰਗਾ ਹੈ ਜਿਹੜਾ ਇੰਨਾ ਖਰਚ ਪੈਸਾ ਦਿੰਦਾ ਆਪਣੇ ਮੋਦੀ ਨੂੰ ਔਰ ਮੋਦੀ ਗਰੀਬਾਂ ਨੂੰ ਵੰਡਦਾ ਹੈ। ਨਵਾਬ ਦੌਲਤ ਖਾਂ ਦਾ ਤਾਂ ਫ੍ਰੀ 'ਚ ਜਸ ਹੋਇਆ, ਖੇਡ ਤਾਂ ਮਹਾਰਾਜ ਨੇ ਵਰਤਾਈ। ਹੁਣ ਇਸ ਗੱਲੋਂ ਨਵਾਬ ਦੌਲਤ ਖਾਂ ਵੀ ਬੜਾ ਖੁਸ਼ ਸੀ ਵੀ ਮੇਰਾ ਤਾਂ ਸਾਰੇ ਜਸ ਫੈਲ ਗਿਆ, ਸਾਰੇ ਮੈਨੂੰ ਬੜੇ ਆਉਂਦੇ ਨੇ। ਸੋ ਇਸ ਕਰਕੇ ਨਵਾਬ ਦੌਲਤ ਖਾਂ ਬੜਾ ਖੁਸ਼ ਸੀ ਔਰ ਖੁਸ਼ੀ ਵਿੱਚ ਕਹਿਣ ਲੱਗਿਆ, ਹੇ ਜੈ ਰਾਮ, ਜਿਸ ਵੀ ਚੀਜ਼ ਦੀ ਲੋੜ ਹੈ ਉਹ ਤੁਸੀਂ ਮੇਰੇ ਘਰ ਤੋਂ ਲੈ ਜਾਵੋ। ਛੋਟੇ ਨਿਸ਼ਾਨ ਤਰੇ ਦਰਬਾਜਤ ਆਵਤ ਜਾਵਤ ਲੇਤ ਹੈ ਕੇ। ਹੁਣ ਕੀ ਕੀਤਾ? ਨਵਾਬ ਦੌਲਤ ਖਾਂ ਨੇ ਕਹਿ ਦਿੱਤਾ ਜੈ ਰਾਮ ਨੂੰ ਵੀ ਜਿੰਨੇ ਵੀ ਸੁਲਤਾਨਪੁਰ ਲੋਧੀ ਤੋਂ ਜਾਣਾ ਚਾਹਣ ਬਰਾਤ ਦੇ ਵਿੱਚ ਬੰਦੇ, ਉਹਨਾਂ ਦੇ ਜਾਣ ਵਾਸਤੇ ਹਾਥੀ, ਘੋੜੇ ਜਾਂ ਗੱਡਿਆਂ ਦੀ ਜੋ ਵੀ ਚੀਜ਼ ਤੈਨੂੰ ਚਾਹੀਦੀ ਹੈ ਇੱਥੋਂ ਮੇਰੇ ਪਾਸੋਂ ਲੈ ਜਾਣਾ। ਧਨ ਦੀ ਲੋੜ ਹੈ, ਧਨ ਲੈ ਜਾਵੀਂ, ਕਿਸੇ ਗੱਲ ਦੀ ਕਮੀ ਨਾ ਰੱਖੀ। ਕਹਿਣ ਲੱਗੇ ਕੀ ਕਹਿਣਗੇ? ਅਜਿੱਤੇ ਰੰਧਾਵੇ ਦਾ
ਬਈ ਦੌਲਤ ਖਾਨ ਨਵਾਬ ਮੋਦੀ ਦਾ ਵਿਆਹ ਹੈ ਔਰ ਕਿਸੇ ਪਾਸਿਓਂ ਕਮੀ ਰਹਿ ਗਈ। ਇਸ ਕਰਕੇ ਕਹਿਣ ਲੱਗੇ ਮੇਰੇ ਜਸ ਵਿੱਚ ਫਰਕ ਪੈ ਜਾਏਗਾ, ਇਸ ਕਰਕੇ ਜਿੰਨਾ ਪੈਸਾ ਚਾਹੀਦਾ ਮੇਰੇ ਪਾਸੋਂ ਲੈ ਜਾ। ਜੈ ਰਾਮ ਜੀ ਕਹਿਣ ਲੱਗੇ ਇਹ ਨਵਾਬ ਦੌਲਤ ਖਾਨ ਜੀ, ਤੁਹਾਡੇ ਵਰਗੇ ਰਾਜਿਆਂ ਦਾ ਆਸ਼ੀਰਵਾਦ ਹੀ ਬਹੁਤ ਹੁੰਦਾ ਹੈ, ਤੁਹਾਡਾ ਆਸ਼ੀਰਵਾਦ ਹੀ ਸਭ ਤੋਂ ਵੱਡਾ ਧਨ ਹੈ। ਤਾਂ ਫੇਰ ਵੀ ਉਹਨਾਂ ਨੇ ਨੌਕਰ ਚਾਕਰਾਂ ਨੂੰ ਕਹਿ ਕੇ ਕੁਛ ਗੱਡੇ, ਸੰਗਾਰੇ ਹੋਏ ਬਲਦ, ਹਾਥੀ ਤੇ ਘੋੜੇ ਜੈ ਰਾਮ ਜੀ ਨੂੰ ਕਿਹਾ ਵੀ ਨੌਕਰਾਂ ਨੂੰ ਕਹਿ ਦਿੱਤਾ ਨਵਾਬ ਦੌਲਤ ਖਾਨ ਨੇ ਵੀ ਇਹਨਾਂ ਨੂੰ ਦੇ ਦੇਣਾ ਬਰਾਤ ਵਾਲੇ ਦਿਨ। ਤੇ ਉਹ ਗੱਡਿਆਂ ਨੂੰ ਚਲਾਉਣ ਵਾਲੇ ਬੰਦਿਆਂ ਨੂੰ ਵੀ ਸੁਨੇਹਾ ਲਾਇਆ ਗਿਆ, ਮਹਾਵਤਾਂ ਨੂੰ ਵੀ ਕਹਿ ਦਿੱਤਾ ਗਿਆ ਵੀ ਹਾਥੀਆਂ ਨੂੰ ਨਲਾ ਧਲਾ ਕੇ ਸੋਹਣਾ ਸੰਗਾਰ ਦੇਣਾ, ਘੋੜਿਆਂ ਨੂੰ ਸੰਗਾਰ ਕੇ ਲੈ ਕੇ ਜਾਣਾ, ਬਲਦਾਂ ਨੂੰ ਸੰਗਾਰ ਕੇ ਲੈ ਕੇ ਜਾਣਾ। ਇਸ ਤਰ੍ਹਾਂ ਇੰਨੀ ਸ਼ਰਧਾ ਪ੍ਰੇਮ ਫਿਰ ਨਵਾਬ ਦੌਲਤ ਖਾਂ ਵੀ ਦਿਖਾ ਰਿਹਾ ਦੇਖੋ ਮਹਾਰਾਜ ਜੀ ਪ੍ਰਤੀ। ਹੁਣ ਜੈ ਰਾਮ ਜੀ ਘਰੇ ਪਹੁੰਚ ਗਏ। ਜੈ ਰਾਮ ਜੀ ਦੇ ਦਰਵਾਜ਼ੇ ਉੱਤੇ ਜਿਵੇਂ ਹੁਣ ਅੱਜ ਕੱਲ੍ਹ ਕਿਸੇ ਦਾ ਵਿਆਹ ਰੱਖਿਆ ਹੋਵੇ ਨਾ, ਉਹ ਵਿਚਾਰੇ ਉਹ ਢੋਲਕੀਆਂ ਵਾਲੇ ਜਾਂ ਗਰੀਬ ਕੁਛ ਦੁੱਬ ਦੇਣ ਵਾਲੇ ਬੈਠੇ ਹੁੰਦੇ ਨੇ। ਇਸੇ ਪ੍ਰਕਾਰ ਹੀ ਇੱਥੇ ਲਿਖਿਆ ਹੈ ਕਿ ਛੋਟੇ ਨਿਸ਼ਾਨ ਧਰੇ ਦਰ ਬਾਜਤ ਆਵਤ ਜਾਵਤ ਲੇਤ ਹੈ ਕਈ। ਸੋ ਇਸ ਪ੍ਰਕਾਰ ਦਰਵਾਜ਼ੇ ਤੇ ਬੈਠੇ ਉਹ ਛੋਟੇ ਛੋਟੇ ਨਗਾਰੇ ਜਾਂ ਢੋਲਕਿਆਂ ਲਈ ਬੈਠੇ ਸਨ। ਕੁਝ ਕੁ ਵਧਾਈ ਲੈ ਜਾਂਦੇ, ਕੁਝ ਹੋਰ ਆ ਜਾਂਦੇ। ਇਸ ਤਰ੍ਹਾਂ ਕਰਕੇ ਬਹੁਤ ਦਾਨ ਪੁੰਨ ਕੀਤਾ ਜਾ ਰਿਹਾ ਹੈ। तात कमाई को कालू बिलोक विसाले उदार रिदा बहु देई। ਹੁਣ ਮੈਂ ਤਾਂ ਕਾਲੂ ਜੀ ਦੇ ਹੱਥ 3000 ਰੁਪਏ ਦਾ ਧਨ ਲੱਗਿਆ। ਆਪਣੇ ਪੁੱਤਰ ਦੀ ਕਮਾਈ ਨੂੰ ਦੇਖ ਕੇ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋ ਰਹੇ ਹਨ ਔਰ ਉਹਦੇ ਵਿੱਚੋਂ ਜੋ ਵੀ ਮੰਗਤਾ ਜਾਂ ਕੋਈ ਵੀ ਆਉਂਦਾ ਉਹਨੂੰ ਖੁੱਲਾ ਪੁੰਨ ਦਾਨ ਦੇ ਕੇ ਤੋਰਦੇ ਹਨ। आवत राग कलावत गावत पावत जेबित पावत सेई। ਹੁਣ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਉਹ ਗਰੀਬ ਲੋਕ ਜਸ ਗਾਉਂਦੇ ਸਨ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਉਂਦੇ ਸਨ ਵੀ ਇਹ ਗਰੀਬਾਂ ਦੀ ਸਹਾਇਤਾ ਕਰਦੇ ਨੇ, ਦੁਖੀਆਂ ਦਾ ਦਰਦ ਸੁਣਦੇ ਨੇ, ਲੋੜਵੰਦਾਂ ਦੀ ਲੋੜ ਪੂਰੀ ਕਰਦੇ ਨੇ ਤੇ ਇਹ ਗਰੀਬਾਂ ਦੇ ਮਸੀਹਾ ਹਨ। ਗਰੀਬਾਂ ਵਾਸਤੇ ਇਹ ਖੁਦਾ ਰੂਪ ਹਨ, ਰੱਬ ਦਾ ਰੂਪ ਹਨ, ਖੁਦਾ ਦਾ ਨੂਰ। ਇਸ ਤਰ੍ਹਾਂ ਵਿਸ਼ੇਸ਼ਣ ਲਾ ਲਾ ਕੇ ਉਹ ਜਿਹੜੇ ਮੰਗਣ ਵਾਲੇ ਨੇ ਉਹ ਬੜਾ ਜਸ ਉਚਾਰਨ ਕਰ ਰਹੇ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। याबिद को उत्साह पयो कव कीनक बितन मद पनेई। ਇਸ ਪ੍ਰਕਾਰ ਸਾਰੇ ਪਾਸੇ ਵੱਡਾ ਉਤਸ਼ਾਹ ਹੋ ਰਿਹਾ ਹੈ। दोहरा दिवस बतीते केतक इव साहा आयो समीप। ਹੁਣ ਜਦੋਂ ਕੁਝ ਕੁ ਦਿਨ ਬਤੀਤ ਹੋਏ ਉਸ ਤੋਂ ਬਾਅਦ ਉਹ ਦਿਨ ਆ ਗਿਆ, ਹਾੜ ਦੀ ਸੱਤਿਓਂ ਵਾਲਾ ਦਿਨ ਆ ਗਿਆ। लगे करन त्यारी चलन ब्याहन कुल को दीप। ਹੁਣ ਕੁਲ ਦੇ ਦੀਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵਿਆਹਣ ਵਾਸਤੇ ਤੁਰੇ ਹਨ। ਸਾਰੀ ਤਿਆਰੀ ਲੱਗ ਪਏ ਕਰਨ। सवया भूपत पास जराम गयो वथ लेवन की सब गाथ सुनाई। ਹੁਣ ਉਹ ਦਿਨ ਆ ਗਿਆ, ਹੁਣ ਸਾਰੀ ਬਰਾਤ ਨੇ ਜਾਣਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰੇ ਪਰਿਵਾਰ ਨੇ ਜਸ ਕੀਤਾ। ਜਸ ਕਰਨ ਤੋਂ ਬਾਅਦ ਸਾਰਾ ਬੜੇ ਨਾਲੇ ਤਾਂ ਮਹਾਰਾਜ ਜੀ ਦਾ ਜਿਵੇਂ ਵਿਆਹ ਵੇਲੇ ਇਸ਼ਨਾਨ ਕਰਾ ਕੇ ਨਵੀਨ ਵਸਤਰ ਪਵਾ ਕੇ ਬੇਬੇ ਨਾਨਕੀ ਜੀ ਵੱਲੋਂ ਸਿਹਰਾ ਸਜਾਇਆ ਗਿਆ। ਹੁਣ ਸਾਰੇ ਜਿਹੜੇ ਸਨ ਸਾਕ ਸੰਬੰਧੀ ਸਾਰੇ ਤਿਆਰ ਹੋ ਗਏ, ਸੋਹਣੇ ਸੋਹਣੇ ਨਵੀਨ ਸਭ ਨੇ ਵਸਤਰ ਪਾਏ ਔਰ ਬੇਦੀ ਕੁਲ ਦੇ ਸਿੰਨੇ ਸਾਕ ਸੰਬੰਧੀ ਸਨ ਸਾਰਿਆਂ ਨੇ। ਮਾਤਾ ਤ੍ਰਿਪਤਾ ਜੀ, ਬੇਬੇ ਨਾਨਕ ਜੀ ਦੇ ਸਾਕ ਸੰਬੰਧੀ ਸਾਰੇ ਪ੍ਰਸ਼ਾਦਾ ਪਾਣੀ ਚੰਗੇ ਪਕਵਾਨ ਤਿਆਰ ਕੀਤੇ ਨਾਲ ਲਿਜਾਉਣ ਵਾਸਤੇ ਵੀ ਗੱਡਿਆਂ 'ਚ ਰਸਤੇ 'ਚ ਜਿੱਥੇ ਰਾਤ ਨੂੰ ਰੁਕਾਂਗੇ ਤੇ ਉੱਥੇ ਵਾਸਤੇ ਜਿਹੜਾ ਪ੍ਰਸ਼ਾਦਾ ਪਾਣੀ ਆ ਉਹ ਵੀ ਤਿਆਰ ਕੀਤਾ ਗਿਆ। ਹੁਣ ਭਾਈ ਜੈ ਰਾਮ ਜੀ ਗਏ ਨੇ ਨਵਾਬ ਦੌਲਤ ਖਾਂ ਕੋਲੇ। ਜੋ ਨਵਾਬ ਦੌਲਤ ਖਾਂ ਨੇ ਕਿਹਾ ਸੀ ਵੀ ਗੱਡੇ, ਰਥ ਔਰ ਜੋ ਹਾਥੀ ਜਾਂ ਘੋੜੇ ਹਨ ਉਹ ਲੈ ਜਾਣਾ।
ਸੋ ਇਸ ਵਾਸਤੇ ਜੈ ਰਾਮ ਜੀ ਨਵਾਬ ਦੌਲਤ ਖਾਨ ਦੇ ਕੋਲੇ ਗਏ। ਦੀਨੇ ਮਤੰਗ ਅੰਬਾਰਨ ਸੰਗ ਤੁਰੰਗਮ ਸੋਇ ਸਵਾਰ ਬਨਾਈ। ਤਾਂ ਫਿਰ ਇਸ ਪ੍ਰਕਾਰ ਨਵਾਬ ਦੌਲਤ ਖਾਨ ਨੇ ਨੌਕਰਾਂ ਨੂੰ ਕਹਿ ਕੇ ਹਾਥੀਆਂ ਦੇ ਉੱਪਰ ਪਾਲਕੀਆਂ ਲਵਾ ਕੇ, ਹਾਥੀ ਖਾਲੀ ਨਹੀਂ, ਪਾਲਕੀਆਂ ਸਮੇਤ ਉਹ ਹਾਥੀ ਭੇਜੇ ਨਵਾਬ ਦੌਲਤ ਖਾਨ ਨੇ, ਔਰ ਘੋੜੇ ਭੇਜੇ ਸੰਗਾਰ ਕੇ। ਹਾਂਜੀ, ਮੁਖਨ ਸੁੰਦਰ ਕੰਚਨ ਤੇ ਨਗ ਬੀਚ ਜਰਾਵਨ ਸੋ ਛਬ ਛਾਈ। ਘੋੜਿਆਂ ਦੇ ਉੱਪਰ ਚੰਗੇ ਬੇਸਮਾਰ ਕੀਮਤੀ ਦੁਸਾਲੇ ਪਾਏ ਗਏ, ਘੋੜਿਆਂ ਨੂੰ ਵੀ ਸੰਗਾਰਿਆ ਗਿਆ। ਔਰ ਤੁਖਾਰ ਦਏ ਹਿਤ ਪਾਰਨ ਤੰਬੂ ਕਨਾਤਨ ਕੇ ਸਮੁਦਾਈ। ਹੁਣ ਜੈ ਰਾਮ ਜੀ ਨੂੰ ਕਹਿਣ ਲੱਗੇ ਵੀ ਰਸਤੇ ਦੇ ਵਿੱਚ ਰੁਕਣਾ ਵੀ ਪਵੇਗਾ, ਰਹਿਸ ਵੀ ਕਰਨੀ ਪਵੇਗੀ, ਇਸ ਕਰਕੇ ਤੰਬੂ ਵੀ ਦਿੱਤੇ ਨਵਾਬ ਦੌਲਤ ਖਾਨ ਜੀ ਨੇ। ਅੜਿਲ ਦੌਲਤ ਖਾਨ ਲਖ ਹਿਰਦੈ ਸੋ ਮੋਦੀ ਆਪਨੋ। ਬਾਰ-ਬਾਰ ਕਹਿ ਰਿਹਾ ਹੈ ਨਵਾਬ ਦੌਲਤ ਖਾਨ, ਜੈ ਰਾਮ ਭਾਈ ਉਹ ਆਪਣਾ ਮੋਦੀ ਹੈ, ਜਿੰਨੀ ਉਹਦਾ ਜਸ ਔਰ ਸੋਭਾ ਹੋਵੇਗੀ ਉਹਦੇ ਵਿੱਚ ਮੇਰੀ ਵੱਡੀ ਵਡਿਆਈ ਹੈ। ਜੇ ਕਿਸੇ ਗੱਲ ਦੀ ਕਮੀ ਪੇਸ਼ੀ ਰਹਿ ਗਈ ਤਾਂ ਇਹਦੇ ਵਿੱਚ ਮੇਰੀ ਬੜੀ ਬੇਇੱਜ਼ਤੀ ਹੋ ਜਾਣੀ ਹੈ। ਸੋ ਇਸ ਕਰਕੇ ਕਿਸੇ ਚੀਜ਼ ਦੀ ਕਮੀ ਨਾ ਰੱਖਣਾ, ਕਿਸੇ ਗੱਲ ਦਾ ਸੰਕੋਚ ਨਾ ਕਰਨਾ, ਜੋ ਵੀ ਕਿਸੇ ਚੀਜ਼ ਦੀ ਲੋੜ ਹੈ ਉਹ ਤੁਹਾਡੇ ਵਾਸਤੇ ਹਾਜ਼ਰ ਹੈ। ਇਸ ਤਰ੍ਹਾਂ ਹੁਣ ਜਿਹੜਾ ਨਵਾਬ ਦੌਲਤ ਖਾਨ ਹੈ ਉਹਦੀ ਉਹ ਵੱਡੀ ਵਡਿਆਈ ਕਰ ਰਿਹਾ, ਜਿਵੇਂ ਰਾਏ ਬੁਲਾਰ ਜੀ ਨੇ ਕੀਤੀ। ਸਾਰੀ ਖੇਡ ਤਾਂ ਪਰਮੇਸ਼ਰ ਵੱਲੋਂ ਹੋ ਰਹੀ ਹੈ, ਪਰਮੇਸ਼ਰ ਨੇ ਮਨ ਪ੍ਰੇਰ ਕੇ ਸਾਰਿਆਂ ਨੂੰ ਸੇਵਾ ਵਿੱਚ ਲਾ ਦਿੱਤਾ ਹੈ। ਜਸ ਅਪ ਜਸ ਜਗ ਮਾਜ ਮੁਝ ਹੈ ਸੰਗ ਜਾਪਨੋ। ਕਹਿਣ ਲੱਗਿਆ ਜੇ ਜਸ ਹੋਵੇਗਾ ਉਹਦੇ ਵਿੱਚ ਵੀ ਮੇਰੀ ਵਡਿਆਈ ਹੋਵੇਗੀ, ਅਗਰ ਜੇ ਅਪਜਸ ਹੁੰਦਾ ਉਹਦੇ ਵਿੱਚ ਵੀ ਮੇਰੀ ਹਾਨੀ ਹੈ। ਇਸ ਕਰਕੇ ਦਇਓ ਦਰਬ ਮੰਗਵਾਏ ਕੋਸ਼ ਤੇ ਹਰਖ ਯੁਤ। ਨਵਾਬ ਦੌਲਤ ਖਾਨ ਨੇ ਬਹੁਤ ਸਾਰਾ ਧਨ ਆਪਣੇ ਨੌਕਰ ਤੋਂ ਮੰਗਾ ਕੇ ਭਾਈ ਜੈ ਰਾਮ ਜੀ ਨੂੰ ਦਿੱਤਾ। ਹੋਕ ਹੈ ਕਰੋ ਜਸ ਪੂਰ ਉਦਾਰੂ ਹੋਏ ਚਿੱਤ। ਕਹਿਣ ਲੱਗੇ, ਬਹੁਤ ਮਨ ਵਿੱਚ ਉਦਾਰਤਾ ਲਿਆ ਕੇ ਨਵਾਬ ਦੌਲਤ ਖਾਨ ਕਹਿੰਦਾ ਖੁੱਲਾ ਖਰਚਾ ਕਰਨਾ, ਕਿਸੇ ਗੱਲ ਦਾ ਕੰਜੂਸੀ ਨਾ ਕਰਨਾ, ਉੱਥੇ ਜਾ ਕੇ ਸਾਰੇ ਗਰੀਬਾਂ ਨੂੰ ਬੜਾ ਧਨ ਵੰਡਣਾ। ਪਹਿਲਾਂ ਇਸ ਤਰ੍ਹਾਂ ਦਾਨ ਪੁੰਨ ਕਰਨ 'ਚ ਵਡਿਆਈ ਸਮਝਦੇ ਵੀ ਇਹਦੇ ਵਿੱਚ ਵਡਿਆਈ ਹੋਵੇਗੀ ਵੀ ਨਵਾਬ ਦੌਲਤ ਖਾਨ ਚੰਗਾ ਸੁਭਾਅ ਵਾਲਾ ਹੈ, ਚੰਗੀ ਉਹਦੀ ਪ੍ਰਜਾ ਹੈ, ਚੰਗੇ ਲੋਕ ਹਨ, ਚੰਗਾ ਸੁਭਾਅ ਹੈ। ਇਸ ਕਰਕੇ ਬਾਰ-ਬਾਰ ਨਵਾਬ ਦੌਲਤ ਖਾਨ ਕਹਿ ਰਿਹਾ। ਹਾਂਜੀ, ਸਵਇਆ ਆਨ ਜਰਾਮਨ ਧਾਮ ਵਿਖੈ ਤਤਕਾਲ ਕਰੀ ਚੜਨੇ ਕੀ ਤਿਆਰੀ। ਹੁਣ ਜੈ ਰਾਮ ਜੀ ਸਾਰੀ ਵਸਤੂਆਂ ਲੈ ਕੇ ਆ ਗਏ ਔਰ ਸਾਰਿਆਂ ਨੇ ਤਿਆਰੀ ਕਰ ਲਈ ਬਰਾਤ ਦੇ ਚੜਨ ਦੀ। ਆਪਨੇ ਵਾਹਨ ਸਾਜ ਅਰੂੜ ਪਏ ਤਨ ਪੋਸ਼ ਸੁਤਾਰੀ। ਹਾਂ, ਫਿਰ ਸਾਰਿਆਂ ਨੇ ਸੁਲਤਾਨਪੁਰ ਲੋਧੀ ਤੋਂ ਜਿਹੜੇ ਸਨ ਸਾਕ ਸੰਬੰਧੀ ਜੈ ਰਾਮ ਜੀ ਦੇ, ਉਹਨਾਂ ਨੇ ਵੀ ਆਪਣੇ ਗੱਡੇ ਗੁੱਡੇ ਤਿਆਰ ਕੀਤੇ। ਬਾਕੀ ਜੋ ਰਾਏ ਭੋਏ ਕੀ ਤਲਮੰਡੀ ਤੋਂ ਰਾਏ ਬੁਲਾਰ ਜੀ ਵੱਲੋਂ ਦਿੱਤੇ ਸਨ ਗੱਡੇ, ਰਥ, ਘੋੜੇ, ਉਹ ਵੀ ਤਿਆਰ ਹੋਏ। ਔਰ ਇਸ ਪ੍ਰਕਾਰ ਸਾਰਿਆਂ ਨੇ ਆਪੋ ਆਪਣੇ ਵਾਹਨ ਤਿਆਰ ਕਰ ਲਏ, ਗੱਡੇ ਤਿਆਰ ਕਰ ਲਏ, ਘੋੜੇ ਤੇ ਜਿਹੜੇ ਬਲਦ ਜੁੜਨ ਵਾਲੇ ਸਨ ਉਹਨਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਲਿਆ, ਤਿਆਰੀ ਕਰ ਲਈ। ਲੋਕਿਕ ਵੈਦਿਕ ਰੀਤ ਕਰੀ ਸਭ ਬ੍ਰਿੰਦ ਮਿਲੀ ਤਹ ਨਾਗਰ ਨਾਰੀ। ਇਸ ਪ੍ਰਕਾਰ ਸਭ ਨੇ ਆਪਣੀਆਂ ਆਪਣੀਆਂ ਸਾਰੀਆਂ ਤਿਆਰੀਆਂ ਕਰ ਲਈਆਂ। ਲੌਕਿਕ ਵੈਦਿਕ ਰੀਤ ਕਰੀ ਸਭ ਬ੍ਰਿੰਦ ਮਿਲੀ ਤਹ ਨਾਗਰ ਨਾਰੀ। ਸੋ ਇਸ ਪ੍ਰਕਾਰ ਸਾਰਿਆਂ ਨੇ ਜੋ ਵੀ ਉਸ ਵੇਲੇ ਰੀਤੀ ਰਿਵਾਜ ਸਨ ਉਹਨਾਂ ਦੇ ਮੁਤਾਬਕ ਸਾਰੀ ਤਿਆਰੀ ਕਰ ਲਈ। ਔਰ ਪਿੰਡ ਨਗਰ ਦੀਆਂ ਲੜਕੀਆਂ ਜਾਂ ਮਾਈਆਂ ਨਾਲ ਜਿਵੇਂ ਬਰਾਤ ਚੜਾਉਣ ਵਾਸਤੇ ਆਉਂਦੇ ਨੇ ਸਾਰੇ, ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਗਰ ਮਗਰ ਸਾਰੇ ਤੁਰੇ ਹਨ। ਹਾਂਜੀ, ਮਾਨੋ ਕੋਕਿਲ ਕਾ ਕਹਾਵਤ ਗਾਵਤ ਗੀਤਨ ਆਨੰਦ ਭਾਰੀ। ਹੁਣ ਸਾਰੇ ਜਸ ਉਚਾਰਨ ਕਰਦੇ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਜਿਵੇਂ ਅੱਜ ਕੱਲ੍ਹ ਸ਼ਬਦ ਔਰ ਧਾਰਨਾ ਬਣੀਆਂ ਨੇ ਨਾ, ਉਸ ਵੇਲੇ ਸਿੱਠਣੀਆਂ ਤਾਂ ਗਾਈਆਂ ਮਾਈਆਂ ਨੇ, ਪਰ ਉਹ ਸਿੱਠਣੀਆਂ ਦੇ ਵਿੱਚ ਲੋਕ ਗੀਤ ਨਹੀਂ ਸਨ, ਉਹਨਾਂ ਵਿੱਚ ਪਰਮੇਸ਼ਰ ਦਾ ਜਸ ਸੀ। ਹੁਣ ਵੀ ਜਦੋਂ ਦਿਨ ਮਨਾਇਆ ਜਾਂਦਾ ਨਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਵਾਲਾ, ਤਾਂ ਉਸੇ ਤਰ੍ਹਾਂ ਨਗਰ ਕੀਰਤਨ ਨਿਕਲਦਾ ਤੇ
ਪੱਖੋਂ ਕੋਈ ਰੰਧਾਵੇ ਵੱਲ ਜਾਂਦੀ ਹੈ, ਕਹਿੰਦੇ ਵੀ ਇਹ ਬਰਾਤ ਜਾ ਰਹੀ ਹੈ ਮਾਰੇ, ਉਹਦੇ ਵਿੱਚ ਫਿਰ ਸ਼ਬਦ ਪੜ੍ਹਦੇ ਨੇ, ਜਿਵੇਂ ਸਿੱਠਣੀਆਂ ਦਿੱਤੀ ਜਾਂਦੀਆਂ ਨੇ ਇਸ ਤਰ੍ਹਾਂ ਕਵਿਤਾਵਾਂ, ਧਾਰਮਿਕ ਕਵਿਤਾਵਾਂ, ਪਰਮੇਸ਼ਰ ਦਾ ਜਸ ਉਚਾਰਨ ਕੀਤਾ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਪਰਮੇਸ਼ਰ ਦੀ ਉਸਤਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਮਹਾਰਾਜ ਜੀ ਦੇ ਪ੍ਰਤਾਪ ਦਾ ਸਦਕਾ ਐਸਾ ਮਹਾਰਾਜ ਜੀ ਦਾ ਉਹਨਾਂ ਦੇ ਉੱਪਰ ਪ੍ਰਭਾਵ ਪਿਆ, ਕਿਸੇ ਦੇ ਮੁਖ ਤੋਂ ਗੀਤ ਨਾ ਨਿਕਲਿਆ, ਸਾਰੇ ਦੇ ਮੁਖ ਤੋਂ ਪਰਮੇਸ਼ਰ ਦੇ ਜਸ ਨਿਕਲਿਆ। ਪਰਮੇਸ਼ਰ ਦਾ ਜਸ ਕਰਦਿਆਂ ਹੋਏ ਮਗਰ ਮਗਰ ਤੁਰੇ ਜਾ ਰਹੇ ਹਨ। ਹਾਂਜੀ, ਸਾਰਸ ਲੋਚਨ ਬੰਦ ਵਿਮੋਚਨ ਰੂਪ ਬਿਲੋਕਤ ਹੈ ਮਨਹਾਰੀ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭਾਈ ਬਾਲਾ ਜੀ ਕਹਿੰਦਾ ਮੈਂ ਨਾਲ ਹੀ ਸੀ। ਮਹਾਰਾਜ ਜੀ ਤੇ ਬੜਾ ਸੁੰਦਰ ਸੋਹਣਾ ਚਿਹਰਾ ਸੀ ਤੇ ਉਹ ਤੇ ਲੱਗਿਆ ਸੁੰਦਰ ਸਿਹਰਾ ਸੀ ਤੇ ਉੱਪਰ ਕਲਗੀ ਲੱਗੀ ਹੋਈ ਸੀ, ਬਹੁਤ ਸੋਹਣਾ ਉਸ ਟਾਈਮੇ ਮਾਹੌਲ ਸੀ। ਇਸ ਤਰ੍ਹਾਂ ਭਾਈ ਬਾਲਾ ਜੀ ਸੁਣਾਉਣ ਲੱਗੇ ਨੇ ਸਾਰੀ ਸਾਖੀ। ਸ਼ੇਖਰੇ ਸੋਹੈ ਲਿਲਾਰੇ ਉਦਾਰ ਕੇ ਸੀਸ ਪੈ ਹੇਮ ਸੋ ਨਿੱਕੇ ਹੈ ਢਾਰੀ। ਉਸ ਵੇਲੇ ਕਹਿਣ ਲੱਗੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿੱਛੇ ਇੱਕ ਬੰਦਾ ਚੌਰ ਕਰ ਰਿਹਾ ਸੀ। ਹੁਣ ਤਾਂ ਜਿਵੇਂ ਉਹ ਚੁੰਨੀ ਜੀ ਲੈ ਕੇ ਝੋਲਦੀਆਂ ਨੇ ਨਾ ਮਾਈਆਂ ਵਾਲ, ਪਰ ਉਸ ਵੇਲੇ ਚੌਰ ਝੂਲਿਆ ਕਰਦਾ। ਤਾਂ ਪਿੱਛੇ ਲਿਖਿਆ ਭਾਈ ਬਾਲਾ ਜੀ ਕਹਿੰਦੇ ਵੀ ਇੱਕ ਬੰਦਾ ਚੌਰ ਚਲਾ ਰਿਹਾ ਸੀ। ਸੋਭਾ ਕੋ ਮੋਰ ਫਿਰੈ ਸਿਰ ਚੋਰ ਪਿਖੈ ਨਰ ਦੌਰ ਸੋ ਪੀਰ ਪਿਪਾਰੀ। ਹੁਣ ਸੁਲਤਾਨਪੁਰ ਲੋਧੀ ਦੇ ਲੋਕ, ਗਰੀਬ ਲੋਕ, ਹੋਰ ਸਾਰੇ ਨਗਰ ਦੇ ਲੋਕ ਦੇਖਣ ਵਾਸਤੇ ਦੌੜੇ ਦੌੜੇ ਆਏ ਵੀ ਦੇਖੀਏ ਵੀ ਰਾਏ ਬੁਲਾਰ ਨੇ ਹਾਥੀ ਭੇਜੇ ਨੇ, ਸੁੰਦਰ ਸੁੰਦਰ ਘੋੜੇ ਭੇਜੇ ਨੇ, ਨਵਾਬ ਦੌਲਤ ਖਾਨ ਨੇ ਦਿੱਤੀਆਂ ਨੇ ਪਾਲਕੀਆਂ, ਘੋੜੇ। ਮੰਨਿਆ ਵੀ ਬਹੁਤ ਰਿਸ਼ਤੇਦਾਰ ਆਏ ਨੇ ਵੀ ਕਿਵੇਂ ਬਰਾਤ ਚੜ੍ਹਦੀ ਹੈ, ਜਿਵੇਂ ਹੁਣ ਵੀ ਬਰਾਤ ਚੜ੍ਹਦੀ ਹੈ ਦੇਖਣ ਵਾਸਤੇ ਆਉਂਦੇ ਨਾ, ਇਸ ਪ੍ਰਕਾਰ ਭਾਈ ਬਾਲਾ ਜੀ ਸੁਣਾਉਂਦੇ ਨੇ ਕਿ ਬਹੁਤ ਲੋਕ ਦੇਖਣ ਵਾਸਤੇ ਆਏ ਔਰ ਵੱਡਾ ਜਸ ਹੋ ਰਿਹਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਹੋਏ ਅਰੂੜ ਚਲੇ ਸਿਵ ਕਾ ਪਰ ਜਾਮੈ ਜਟੇ ਚਲ ਕੈ ਨਗਚਾਰੀ। ਹੁਣ ਪਾਲਕੀਆਂ ਦੇ ਉੱਪਰ ਬੜੇ ਸੁੰਦਰ ਦਸਾਲੇ ਸਨ ਪਾਏ ਹੋਏ, ਹਾਥੀਆਂ ਦੇ ਉੱਪਰ ਦਸਾਲੇ, ਸੋਹਣੇ ਗੱਡੇ ਸੰਗਾਰੇ ਹੋਏ, ਬਲਦ ਸੰਗਾਰੇ ਹੋਏ, ਇਸ ਪ੍ਰਕਾਰ ਬੜੀ ਸ਼ੋਭਾ ਪਾ ਰਹੇ ਸਨ। ਸਾਰਿਆਂ ਨੇ ਤਿਆਰੀ ਕਰ ਲਈ ਬਰਾਤ ਚੜ੍ਹਨ ਦੀ। ਕਬਿਤ ਸੁੰਦਰ ਮਤੰਗ ਸਜਿਓ ਅਰਨ ਅੰਬਾਰੀ ਸੰਗ। ਹੁਣ ਮਹਿਤਾ ਕਾਲੂ ਜੀ ਇੱਕ ਹਾਥੀ ਦੇ ਉੱਪਰ ਬੈਠੇ, ਹਾਥੀ ਦੇ ਉੱਪਰ ਬੈਠ ਕੇ ਉਹਦੇ ਹਾਥੀ ਦੇ ਉੱਪਰ ਬੜੀ ਸੁੰਦਰ ਪਾਲਕੀ ਲੱਗੀ ਹੋਈ ਸੀ। ਉਹ ਪਾਲਕੀ ਦੇ ਵਿੱਚ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ, ਕਿਉਂ ਰਜੋਗੁਣੀ ਸੁਭਾਅ ਸੀ ਨਾ ਮਹਿਤਾ ਕਾਲੂ ਜੀ ਦਾ। ਮਹਿਤਾ ਕਾਲੂ ਜੀ ਬੜੇ ਖੁਸ਼ ਹੋ ਕੇ ਹਾਥੀ ਦੇ ਉੱਪਰ ਨਵਾਰੀ ਦੇ ਵਿੱਚ ਬੈਠੇ। ਤਾਪੈ ਚੜ ਕਾਲੂ ਅੰਗ ਆਨੰਦ ਨ ਮਾਵਈ। ਤਾਂ ਇਸ ਪ੍ਰਕਾਰ ਨਾਲ ਉਹਨਾਂ ਨੇ ਆਪਣੇ ਭਰਾ ਨੂੰ ਬਿਠਾਇਆ, ਲਾਲੂ ਜੀ ਨੂੰ, ਤੇ ਉਹਨਾਂ ਨੂੰ ਵੀ ਨਾਲ ਹੀ ਬਿਠਾਇਆ। ਲਾਲੂ ਜਟਾ ਰੁੜ ਪਇਓ ਰਾਮਾਚੰਦ ਕਾਨਾ ਪੁਨ। ਹੁਣ ਜਿਹੜੇ ਬੇਦੀ ਕੁਲ ਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਰਿਵਾਰ ਚੋਂ ਹੋਰ ਵੀ ਸੰਬੰਧੀ ਸਨ, ਉਹਨਾਂ ਦੇ ਨਾਮ ਭਾਈ ਬਾਲਾ ਜੀ ਦੱਸਣ ਲੱਗੇ ਨੇ ਕਿ ਮਹਿਤਾ ਕਾਲੂ ਜੀ ਤੇ ਚਾਚਾ ਲਾਲੂ ਜੀ ਤਾਂ ਹਾਥੀ ਦੇ ਉੱਪਰ ਪਾਲਕੀ ਦੇ ਵਿੱਚ ਬੈਠੇ। ਉਹ ਤੋਂ ਬਾਅਦ ਰਾਮਚੰਦ, ਕਾਨ੍ਹਾ, ਜਗਜੀਤ ਮੱਲ, ਉਹ ਵੀ ਅੱਡ ਅੱਡ ਹਾਥੀਆਂ ਤੇ ਚੜੇ। ਜੱਟ ਮੱਲ, ਇੰਦਰ ਸੈਨ, ਨੰਦ ਲਾਲ ਬਹੁਤ ਸੁੰਦਰ ਸ਼ੋਭਾ ਪਾ ਰਹੇ ਸਨ ਸਾਰੇ। ਚੰਦਰਭਾਨ, ਕੌਲ ਨੈਨ, ਸ਼ਿਵ ਲਾਲ, ਕਾਮ ਸੈਨ, ਮਾਨ ਚੰਦ। ਸੋ ਇਸ ਤਰ੍ਹਾਂ ਕਰਕੇ ਆਪਣੀ ਆਪਣੀਆਂ ਸਵਾਰੀਆਂ ਤੇ ਚੜੇ। ਇਹ ਉਸ ਵੇਲੇ ਦੇ ਸਾਖ ਸੰਬੰਧੀ ਸਨ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੇਦੀ ਕੁਲ ਦੇ ਸਨ ਸਾਰੇ। ਸਾਰਿਆਂ ਦਾ ਬੜਾ ਅਦਬ ਸਤਿਕਾਰ ਦੇ ਨਾਲ ਭਾਈ ਬਾਲਾ ਜੀ ਨਾਮ ਸੁਣਾਉਂਦੇ ਹਨ। ਹਾਂਜੀ, ਛਪਇ ਪਰਮਾਨੰਦ ਜੈ ਰਾਮ ਬੋਹਰ ਚੜ ਚਲਿਓ ਫਿਰੰਦਾ। ਹੁਣ ਜੈ ਰਾਮ ਜੀ ਦਾ ਪਿਤਾ ਜੀ ਵੀ, ਪਰਮਾਨੰਦ ਜੀ ਵੀ ਆਪਣੇ ਵਾਹਣ ਤੇ ਚੜ ਗਏ। ਤਖਤ ਰਾਮ ਜਗ ਰਾਏ ਬਨਿਓ ਸ਼ੁਭ ਅਰਜਨ ਚੰਦਾ। ਹੁਣ ਪਰਮਾਨੰਦ ਜੀ ਦੇ ਜਿਹੜੇ ਸਾਖ ਸੰਬੰਧੀ ਸਨ, ਉਹਨਾਂ ਦਾ ਵੀ ਭਾਈ ਬਾਲਾ ਜੀ ਨਾਮ ਦੱਸਦਾ। ਕਹਿਣ ਲੱਗੇ ਤਖਤ ਰਾਮ ਜਗ ਰਾਏ ਅਰਜਨ ਚੰਦ ਆਪਣੀ ਆਪਣੀਆਂ ਸਵਾਰੀਆਂ ਤੇ ਚੜ ਪਏ। ਔਰ ਦੀਵਾਨੀ ਮਲ ਮੋਹਨ
ਮਲ ਪਇਓ ਸੁਹਾਈ। ਦੀਵਾਨੀ ਮਲ, ਮੋਹਨ ਮਲ, ਲਖਪਤ ਰਾਏ, ਜਾਦੋ ਰਾਏ, ਇਹ ਘੋੜੀਆਂ ਤੇ ਹੋ ਗਏ। ਸੋ ਇਸ ਤਰ੍ਹਾਂ ਕਰਕੇ ਅੱਗੇ ਕਵੀ ਭਾਈ ਬਾਲਾ ਜੀ ਕਹਿਣਗੇ ਕਿੰਨਿਆਂ ਕੁ ਬੇਦੀ ਕੁਲਾਂ ਦੇ ਨਾਮ ਦੱਸੀ ਜਾਵਾਂ, ਵੀ ਕੌਣ ਕੌਣ ਸਨ, ਕਿਹੜੇ ਕਿਹੜੇ ਜੈ ਰਾਮ ਦੇ ਰਿਸ਼ਤੇਦਾਰ ਸਨ ਸਾਕ ਸੰਬੰਧੀ, ਤੇ ਕਿਹੜੇ ਮਹਿਤਾ ਕਾਲੂ ਜੀ ਦੇ ਨਗਰ ਦੇ ਸਨ। ਇਸ ਪ੍ਰਕਾਰ ਲਖਪਤ ਰਾਏ ਕੁਲੀਨ ਚੜਿਓ ਅਸ ਜਾਦੋ ਰਾਈ। ਹਾਂ, ਜਾਦੋ ਰਾਏ, ਲਖਪਤ ਰਾਏ ਸਨ। ਵੇਦੀ ਪੁਨ ਛਤਰੀ ਅਪਰ ਕੇਤਿਕ ਗਿਣੀਏ ਨਾਮ ਤਿਨ। ਕਿੰਨੇ ਕੁ ਨਾਮ ਗਿਣੀ ਜਾਵਾਂ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿ ਰਹੇ ਹਨ। ਸ਼ੁਭ ਬਾਨੇ ਨੀਕ ਬਨਾਏ ਕੈ ਚਲੇ ਚੰਚਲ ਹੈ ਜਾਨ। ਹੁਣ ਸਾਰੇ ਬੜੇ ਸੁੰਦਰ ਵਸਤਰ ਪਾ ਕੇ ਸਾਰੇ ਤੁਰ ਪਏ। ਸਇਆ ਦਿਸ਼ ਏਕ ਤਰੰਗਨ ਚੰਚਲ ਸੁੰਦਰ ਜਾਤ ਕੁਦਾਵਤ ਭੂਖਨ ਤਾਰੀ। ਹਾਂ, ਤੇ ਇੱਕ ਘੋੜਾ ਸੰਗਾਰਿਆ ਸੀ ਬੜੇ ਸੁੰਦਰ ਵਸਤਰ ਪਾ ਕੇ। ਇੱਕ ਘੋੜਾ ਸੰਗਾਰਿਆ ਸੀ ਬੜੇ ਸੁੰਦਰ, ਉਹਦੇ ਪਰ ਵਸਤਰ ਪਾਏ ਹੋਏ ਸਨ। ਦਿਸ਼ ਏਕ ਮਤੰਗ ਅੰਬਾਰਨ ਸੰਗ ਕਰੈ ਜਿਨ ਗੰਢ ਹੈ ਪ੍ਰਿੰਗ ਗੁੰਜਾਰੀ। ਤਾਂ ਇਸ ਪ੍ਰਕਾਰ ਇੱਕ ਪਾਸੇ ਹਾਥੀਆਂ ਦੀ ਲਾਈਨ ਜਾ ਰਹੀ ਹੈ, ਇੱਕ ਪਾਸੇ ਘੋੜਿਆਂ ਦੀ ਲਾਈਨ ਜਾ ਰਹੀ ਹੈ, ਇੱਕ ਪਾਸੇ ਗੱਡੀਆਂ ਦੀ ਲਾਈਨ ਜਾ ਰਹੀ ਸੀ। ਇਸ ਪ੍ਰਕਾਰ ਸਾਰੇ ਲਾਈਨ ਦੇ ਵਿੱਚ ਤੁਰੇ ਸਾਰੇ। ਹਾਂਜੀ। ਦਿਸ਼ ਏਕ ਚਲੇ ਸ਼ਿਵ ਕਾ ਰਥ ਪੰਗਤ ਬੀਚ ਬਿਰਾਜ ਹੈ ਬਾਹਜ ਚਾਰੀ। ਤਾਂ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਵਿਚਕਾਰ ਹੈ, ਮਹਾਰਾਜ ਜੀ ਦਾ ਵਾਹਨ, ਤੇ ਆਲੇ ਦੁਆਲੇ ਇਸ ਤਰ੍ਹਾਂ ਲਾਈਨਾਂ ਚੱਲਦੀਆਂ ਨੇ। ਇਸ ਪ੍ਰਕਾਰ ਬਹੁਤ ਸਾਰੇ ਸ਼ੋਭਾ ਪਾ ਰਹੇ ਹਨ ਤੇ ਬਹੁਤ ਖੁਸ਼ੀ ਦੇ ਵਿੱਚ ਜਿਹੜੇ ਗਰੀਬ ਲੋਕ ਹਨ ਉਹ ਤੁਰੇ ਜਾ ਰਹੇ ਨੇ, ਉਹ ਵੀ ਨਾਲ ਨੇ, ਤੇ ਉਹ ਢੋਲ ਢਮੱਕੇ ਵਜਾਉਂਦੇ ਜਾਂਦੇ ਨੇ ਨਾਲ, ਕੁਛ ਗੱਡਿਆਂ ਤੇ ਬੈਠੇ ਨੇ। ਇਸ ਪ੍ਰਕਾਰ ਸਾਰਿਆਂ ਨੂੰ ਪ੍ਰੇਮ ਦੇ ਨਾਲ, ਯਾਨੀ ਹੁਣ ਇਹ ਬਰਾਤ ਤੁਰੀ ਹੈ ਮਹਾਰਾਜ ਦੀ। ਹੁਣ ਫਿਰ ਇਸ ਤੋਂ ਅੱਗੇ ਕੱਲ੍ਹ ਨੂੰ ਆਪਾਂ ਇਹ ਸਾਖੀ ਸਰਵਣ ਕਰਾਂਗੇ ਕਿ ਕਿਵੇਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਇੱਕ ਦਰਿਆ ਨੂੰ ਪਾਰ ਕਰਕੇ ਜਾਂਦੀ ਹੈ। ਜਿੱਥੇ ਦਰਿਆ ਨੂੰ ਪਾਰ ਕਰਦੇ ਨੇ ਉੱਥੇ ਬੇੜੀਆਂ ਵਾਲੇ ਨੂੰ ਬਹੁਤ ਧਨ ਪਦਾਰਥ ਦਿੰਦੇ ਨੇ, ਤੇ ਉਸ ਦੇ ਮਗਰੋਂ ਫਿਰ ਹੌਲੀ ਹੌਲੀ ਪਿੰਡਾ ਤੈਅ ਕਰਦੇ ਹੋਏ ਜਿੱਥੇ ਅੱਜ ਕੱਲ੍ਹ ਖਡੂਰ ਸਾਹਿਬ ਨਗਰ ਹੈ। ਖਡੂਰ ਸਾਹਿਬ ਨਗਰ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਸਾਇਆ ਸੀ। ਦੱਸਦੇ ਨੇ ਵੀ ਇਸ ਇਲਾਕੇ ਦੇ ਵਿੱਚ ਫਿਰ ਰਾਤ ਰੁਕੇ। ਰਾਤ ਰੁਕਣ ਤੇ ਜਿਹੜਾ ਮਹਿਤਾ ਕਾਲੂ ਜੀ ਸਾਰਾ ਗੱਡਿਆਂ ਤੇ ਲੱਦ ਕੇ ਮਠਿਆਈ ਸਮਾਨ ਲਿਆਏ, ਫਿਰ ਉਹ ਸਾਰਾ ਵਰਤਾਇਆ ਗਿਆ। ਸਾਰਿਆਂ ਨੇ ਛਕ ਕੇ ਅਗਲੀ ਸਵੇਰ ਹੋਈ। ਸਵੇਰ ਬਰਾਤ ਤਿਆਰ ਹੋ ਕੇ ਸਾਰੇ ਸਾਕ ਸੰਬੰਧੀ ਫਿਰ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਪੱਖੋਗੇ ਰੰਧਾਵੇ ਤੋਂ ਇੱਕ ਕੋ ਪਹਿਲਾਂ ਸਾਰਿਆਂ ਨੇ ਉਤਾਰਾ ਕੀਤਾ, ਰੁਕ ਗਏ। ਔਰ ਫਿਰ ਇਸ ਪ੍ਰਕਾਰ ਅੱਗੇ ਸੁਨੇਹਾ ਭੇਜਿਆ ਜਾਵੇਗਾ। ਉਸ ਤੋਂ ਜੋ ਅਗਲੀ ਸਾਖੀ ਹੈ ਉਹ ਫਿਰ ਹੁਣ ਕੱਲ੍ਹ ਨੂੰ ਇੱਥੋਂ ਅੱਗੇ ਸਰਵਣ ਕਰਾਂਗੇ। ਇੱਥੇ ਹੀ ਕਥਾ ਦੀ ਹੁਣ ਸਮਾਪਤੀ ਹੈ। ਕਥਾ ਪੜ੍ਹਦਿਆਂ ਸੁਣਦਿਆਂ ਪਾਸੋਂ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।